ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਵੱਡੀਆਂ ਖਬਰਾਂ ਉੱਤੇ ਕਰਾਂਗੇ। ਇੱਕ ਤਾਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਰਿਹਾ ਹੈ ਕਿ ਇਧਰੋਂ ਉਧਰੋਂ ਲਿਆ ਕੇ ਪਾਰਟੀਆਂ ਚੋਂ ਇੱਕ ਦੋ ਇਹੋ ਜਿਹੇ ਬੰਦੇ ਖੜੇ ਕੀਤੇ ਜਾ ਰਹੇ ਨੇ ਜਿਨ੍ਹਾਂ ਕਰਕੇ ਜਿਹੜਾ ਉਹ ਵਿਰੋਧਤਾ ਨਜ਼ਰ ਆ ਰਹੀ ਹੈ। ਰਾਜਵਲ ਸਾਹਿਬ ਦੇ ਉੱਤੇ ਕੀ ਸਟੈਂਡ ਹੈ? ਡਾਕਟਰ ਸਵੈਮਾਨ ਸਿੰਘ ਨੇ ਵੀ ਜ਼ਿਕਰ ਕੀਤਾ ਕਿ ਉਹ ਸੰਤੁਸ਼ਟ ਨਹੀਂ ਹੈਗੇ ਇਹਨਾਂ ਉਮੀਦਵਾਰਾਂ ਤੋਂ। ਹਾਲਾਂਕਿ ਅੰਦਰ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਸ ਤਰ੍ਹਾਂ ਬਦਲਣਾ ਜਾਂ ਕੀ ਕੁਝ ਕਰਨਾ। ਲੋਕ ਪੁੱਛਦੇ ਨੇ ਕਿ ਚੋਣ ਮੈਨੀਫੈਸਟੋ ਕੀ ਹੋਏਗਾ। ਬਾਕੀ ਪਾਰਟੀਆਂ ਦਾ ਵੀ ਜਿਹੜਾ ਮੈਨੀਫੈਸਟੋ ਦੇ ਉੱਤੇ ਨਜ਼ਰ ਟਿਕੀ ਹੋਈ ਹੈ ਲੋਕਾਂ ਦੀ ਕਿ ਕੀ ਕੁਝ ਲੈ ਕੇ ਆਉਣਗੇ, ਪਰ ਬਹੁਤਾ ਯਕੀਨ ਜਾਂ ਨਹੀਂ ਬਣਦਾ। ਜਦੋਂ ਇਹ ਮੈਨੀਫੈਸਟੋ ਦੀ ਗੱਲ ਕਰਦੇ ਨੇ ਤਾਂ ਪਿਛਲੀ ਸਰਕਾਰ ਜਿਹੜੀ ਆ ਉਹ ਕੈਪਟਨ ਸਾਹਿਬ ਦੀ, ਉਹ ਮੈਨੀਫੈਸਟੋ ਕਿਵੇਂ ਦਾ ਲਿਆਈ ਸੀ ਤੇ ਉਦੋਂ ਪਿਛਲਿਆਂ ਨੇ ਅਕਾਲੀ ਦਲ ਤੇ ਬੀਜੇਪੀ ਨੇ ਕਿੱਦਾਂ ਦਾ ਲਿਆਂਦਾ। ਇਸ ਕਰਕੇ ਭਾਵੇਂ ਕਿ ਬੀਜੇਪੀ ਜਿਹੜੀ ਕਹਿੰਦੀ ਹੈ ਕਿ ਅਸੀਂ ਤਾਂ ਸੰਕਲਪ ਪੱਤਰ ਲਿਆਵਾਂਗੇ, ਪਰ ਉਹ ਲੋਕਾਂ ਦੇ ਜਿਹੜਾ ਹਜ਼ਮ ਨਹੀਂ ਹੁੰਦਾ ਕਿ ਇਸ ਤਰ੍ਹਾਂ ਬੀਜੇਪੀ ਜਿਹੜੀ ਆ ਲੋਕਾਂ ਨੂੰ ਇਹ ਆ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਫਿਰ ਆਪਣੀ ਸਿਆਸਤ ਨੂੰ ਅੱਗੇ ਵਧਾਏਗੀ। ਜੇਕਰ ਉਹ ਗੱਲ ਇਸ ਵੇਲੇ ਸੰਕਲਪ ਪੱਤਰ ਦੀ ਕਰਦੀ ਹੈ, ਕਿਉਂਕਿ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜੋ ਕੁਝ ਕੇਂਦਰ ਦੇ ਨਾਲ ਰੌਲਾ ਰੱਪਾ ਚੱਲਦਾ ਰਿਹਾ, ਉਹ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਫੈਡਰਲਿਜ਼ਮ ਦਾ ਮੁੱਦਾ ਅਕਸਰ ਜਿਹੜਾ ਉਹ ਉੱਠਦਾ ਇਸ ਸਭ ਦੇ ਵਿਚਾਲੇ। ਇਸ ਦੇ ਨਾਲ ਹੀ ਗੱਲਬਾਤ ਹੋਰ ਵੀ ਖਬਰਾਂ ਤੇ ਕਿ ਕਾਂਗਰਸ ਦਾ ਕਾਟੋ ਪਲੇਸ ਜਿਹੜਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ, ਚੋਣਾਂ ਸਿਰ ਦੇ ਉੱਤੇ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਤੋਂ ਪਹਿਲਾਂ ਇੱਥੋਂ ਹੀ ਸ਼ੁਰੂਆਤ ਹੈ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦਾ ਕਾਫੀ ਰੌਲਾ ਪੈ ਰਿਹਾ। ਕੀ ਕੁਝ ਚੱਲ ਰਿਹਾ ਅੰਦਰ ਕਮੇਟੀ ਦੇ ਵਿੱਚ? ਕੀ ਬਦਲੇ ਜਾਣੇ ਨੇ ਜਾਂ ਫਿਰ ਇਦਾਂ ਹੀ ਇੱਧਰ ਉੱਧਰ ਵਾਲਿਆਂ ਨੂੰ ਫਿੱਟ ਕੀਤਾ ਜਾਣਾ? ਦੇਖੋ, ਜੇ ਉਮੀਦਵਾਰ ਕਾਹਦੇ ਜੇ ਰੌਲਾ ਇਹਨਾਂ ਨਾਲ ਪਿਆ ਤੇ ਚੋਣਾਂ ਤੇ ਹੈ ਹੀ ਨਾ ਰੌਲੇ ਦਾ, ਕਿਹਦਾ ਰੌਲਾ ਨਹੀਂ ਹੈ। ਜਿੱਥੇ ਪਾਰਟੀਆਂ ਸੈਂਟਰਲਾਈਜ਼ਡ ਹੈਗੀਆਂ ਉੱਥੇ ਘੱਟ ਰੌਲਾ। ਕੇਜਰੀਵਾਲ ਦੀਆਂ ਬਗਾਵਤਾਂ ਹੋ ਰਹੀਆਂ ਤੁਹਾਡੇ ਸਾਹਮਣੇ ਹੀ ਆ। ਸਾਡੇ ਕੋਲ ਅੱਧੇ ਕੈਂਡੀਡੇਟ ਤੇ ਉਹਨਾਂ ਵੱਲੋਂ ਛਾਲਾਂ ਮਾਰ ਕੇ ਆ ਰਹੇ ਆ। ਸਵੇਰ ਦੇ ਜਦੋਂ ਕਿੰਨੇ ਫਾਰਮ ਅਸੀਂ ਪਰਾਂ ਰੱਖੇ ਆ, ਹੋਰ ਵੀ ਤਿਆਰ ਬੈਠੇ ਆ। ਇਸੇ ਤਰੀਕੇ ਨਾਲ ਕਾਂਗਰਸ ਦਾ ਤੇ ਤੁਸੀਂ ਜੋ ਵੀ ਕਹੋ, ਤੁਹਾਨੂੰ ਸਾਰਿਆਂ ਨੂੰ ਸਾਡੇ ਸਾਹਮਣੇ ਦੇਖ ਰਿਹਾ ਕਿੰਨਾ ਰੌਲਾ ਹੈਗਾ। ਚੰਨੀ ਸਾਹਿਬ ਦੇ ਰੇਡ ਪੈ ਰਹੇ ਆ ਤੇ ਕੁਝ ਬੰਦੇ ਸੋਚਦੇ ਲੈ ਵੀ ਹੁਣ ਸਾਡਾ ਦਾ ਲੱਗਾ। ਇਹ ਸਾਰੀ ਜਗ੍ਹਾ ਇਹੋ ਹੀ ਕੁਛ ਹੈ, ਸੱਤਾ ਦਾ ਖੇਲ ਕੋਈ ਇਹੋ ਜਿਹਾ। ਹੁਣ ਜਿਹੜੇ ਬੰਦੇ ਨੂੰ ਉਮੀਦ ਹੁੰਦੀ ਆ ਕਿ ਯਾਰ ਆਹ ਸਾਰਿਆਂ ਤੋਂ ਵਧੀਆ ਬੰਦਾ, ਉਹਨਾਂ ਨੂੰ ਵਾਕਿਆ ਹੀ ਇੰਜ ਦਿਲੋਂ ਇੰਜ ਲੱਗਦਾ, ਉਹ ਫਿਰ ਉਹਦੇ ਤੇ ਹੋਰ ਲੌਬਿੰਗ ਕਰਕੇ ਜ਼ੋਰ ਵੀ ਲਾਉਂਦੇ ਆ। ਪਰ ਅੱਗੇ ਜਿਹੜੇ ਬੰਦੇ ਉੱਥੇ ਹੋਰ ਜ਼ੋਰ ਵੀ ਲੱਗ ਰਹੇ ਹੁੰਦੇ ਆ 10 ਪਾਸਿਓਂ। ਉੱਥੇ ਜਦੋਂ ਪਲੜਾ ਜਿਹੜਾ ਲੈ ਜਾਂਦਾ ਜਿਸ ਤਰ੍ਹਾਂ ਰੱਸਾ ਖੱਸੀ ਹੁੰਦੀ ਆ, ਜਿਹੜਾ ਖਿੱਚ ਕੇ ਲੈ ਗਿਆ ਦੂਜਾ ਰਹਿ ਗਿਆ। ਇਹੀ ਹਾਲ ਸਾਰਾ ਚੋਣਾਂ ਦਾ ਓਵਰਆਲ ਹੁੰਦਾ। ਇਹੋ ਹੀ ਕੈਂਡੀਡੇਟ ਸਿਲੈਕਸ਼ਨ ਦਾ ਹੁੰਦਾ। ਇਹੀ ਬਾਕੀ ਸਾਰੇ ਜਿਹੜੀਆਂ ਗੱਲਾਂ ਵੀ ਤੁਸੀਂ ਕਹਿ ਰਹੇ ਆ, ਅਸੀਂ ਤਾਂ ਨੇੜਿਓਂ ਹੋ ਕੇ ਪਿਛਲੇ 7-8 ਸਾਲਾਂ ਤੋਂ ਬਹੁਤ ਨੇੜਿਓਂ ਦੇਖ ਰਹੇ ਹਾਂ ਕਿ ਇਹ ਸਾਰਾ ਸਿਸਟਮ ਹੈ ਕੀ। ਹੁਣ ਜਿਹੜਾ ਬਹੁਤਾ ਰੌਲਾ ਪੈ ਰਿਹਾ, ਮੈਂ ਖੁਦ ਰਾਜੇਵਾਲ ਨੂੰ ਮਿਲਿਆ, ਮੈਂ ਪੁੱਛਿਆ, ਮੈਂ ਕਿਹਾ ਜੀ ਰੋਪੜ ਦੇ ਕੈਂਡੀਡੇਟ ਦਾ ਰੌਲਾ ਪੈ ਰਿਹਾ। ਮੈਂ ਕਿਹਾ ਉਹ ਕਹਿੰਦੇ ਜੀ ਉਹ ਕੇਬਲ ਦਾ ਸਾਰਾ ਸਰਗਣਾ ਜਾਂ ਕੇਬਲ ਦਾ ਮਾਫੀਏ ਦੀ ਜਿਹੜੀ ਗੱਲ ਕਰਦੇ ਆ, ਇਹੋ ਜਿਹਾ ਉਹਦਾ। ਉਹਨਾਂ ਦਾ ਕਹਿਣਾ ਸੀਗਾ ਵੀ ਕੇਬਲ ਇੰਡਸਟਰੀ ਹੈਗੀ ਹੈ। ਮੈਨੂੰ ਨਹੀਂ, ਹੁਣ ਮੈਂ ਤੇ ਆਪ ਤਹਿਕੀਕਾਤ ਕਰਾਂ ਜਾਂ ਮੇਰੇ ਕੋਲ ਇੰਨਾ ਟਾਈਮ ਹੋਵੇ। ਸਾਡੇ ਕੋਲ ਤਾਂ ਹਜੇ ਸੈਂਕੜੇ ਐਪਲੀਕੇਸ਼ਨਾਂ ਪਈਆਂ, ਵੇਖ ਕੇ ਚੰਗੀਆਂ ਛਾਂਟਣ ਲੱਗੇ। ਸਾਡਾ ਤੇ ਇੰਨਾ ਹੀ ਕੰਮ, ਕਲਰਕੀ ਕੰਮ ਆ। ਫੈਸਲਾ ਸੰਯੁਕਤ ਸਮਾਜ ਮੋਰਚੇ ਨੇ ਕਰਨਾ। ਅਸੀਂ ਤੇ ਇਹ ਕਰ ਰਹੇ ਹਾਂ ਵੀ ਜੇ ਕੁਛ ਨਾ ਕੁਛ ਚੰਗੇ ਕੈਂਡੀਡੇਟ ਕਿਤੇ ਲੱਭ ਕੇ ਅਸੀਂ ਉਹ ਕੁਛ ਜਿਨ੍ਹਾਂ ਨੇ ਅਪਲਾਈ ਕੀਤਾ, ਕੁਛ ਜਿਹੜੇ ਹੋ ਰਿਹਾ ਆਪਣੀ ਵੱਲੋਂ ਕੋਸ਼ਿਸ਼ ਕਰ ਰਹੇ ਹਾਂ। ਇਹ ਨਹੀਂ ਕਿ ਜੋ ਅਸੀਂ ਕਹਿੰਦੇ ਹਾਂ ਵੀ ਆਹ ਵਧੀਆ ਉਹਨਾਂ ਨੂੰ ਰੱਖ ਲਿਆ ਜਾਂਦਾ, ਇਸ ਤਰ੍ਹਾਂ ਨਹੀਂ ਹੈਗਾ। ਕਿਉਂਕਿ ਜਿਹੜੀ ਫਾਈਨਲੀ ਪਾਰਲੀਮੈਂਟਰੀ ਬੋਰਡ ਕਹਿ ਲਓ ਉਹਨਾਂ ਨੇ ਬਣਾਇਆ, ਜਿੱਥੇ ਉਹ ਪਾਸ ਹੋਣੇ ਆ ਸਕਰੀਨਿੰਗ ਤੋਂ ਬਾਅਦ, ਉਹਨਾਂ ਦੇ ਆਪਣੇ ਪੁੱਲ ਐਂਡ ਪ੍ਰੈਸ਼ਰ ਕਾਫੀ ਸਾਰੇ ਪਾਸਿਓਂ ਹੈਗੇ। ਇਹ ਪ੍ਰੋਸੈਸ ਚੱਲ ਰਿਹਾ। ਜਿਹੜਾ ਰੋਪੜ ਵਾਲੀ ਤੁਸੀਂ ਗੱਲ ਕਰ ਰਹੇ ਆ, ਮੈਂ ਰਾਜੇਵਾਲ ਨੂੰ ਜਦੋਂ ਇਸ ਗੱਲ ਦਾ ਕਿਹਾ, ਉਹਨਾਂ ਨੇ ਕਿਹਾ ਕਿ ਉਹ ਇੱਕ ਇੰਡਸਟਰੀ ਹੈਗੀ। ਇੰਡਸਟਰੀ ਜੇ ਉਹਨੇ ਕੇਬਲ ਇੰਡਸਟਰੀ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਤਾਂ ਆਪਾਂ ਉਹਨੂੰ ਮਾਫੀਆ ਕਿਉਂ ਕਹਿੰਦੇ ਆ? ਹੁਣ ਮੈਨੂੰ ਨਹੀਂ ਪਤਾ ਕਿ ਕਿਹੜੀ ਗੱਲ ਹੈ ਕਿਹੜੀ ਨਹੀਂ। ਥੋੜੇ ਟਾਈਮ ਤੋਂ ਬਾਅਦ ਹੋਰ ਗੱਲਾਂ ਸਾਹਮਣੇ ਆ ਜਾਣਗੀਆਂ। ਇਸੇ ਤਰੀਕੇ ਨਾਲ
ਜਿਹੜਾ ਇੱਕ ਪਟਿਆਲਾ ਰੂਰਲ, ਉੱਥੇ ਇਸ ਤਰੀਕੇ ਨਾਲ ਆ ਕਿ ਜਿਹੜੇ ਤੁਹਾਨੂੰ ਪਤਾ ਬਲਬੀਰ ਸਿੰਘ ਡਾਕਟਰ ਜਿਹੜੇ ਆ, ਉਹਨਾਂ ਨੇ ਬੜੀ ਲਗਾਤਾਰ 17-18 ਉੱਥੇ ਆਪਰੇਸ਼ਨ ਵੀ ਕਰਾਏ, ਅੱਖਾਂ ਦੇ ਡਾਕਟਰ ਆ, ਲਗਾਤਾਰ ਰਹੇ। ਉਹਨਾਂ ਨੂੰ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਇੱਕ ਸੀਟ ਲੈਣੀ ਆ, ਔਰ ਉਹ ਡਾਕਟਰ ਸਾਹਿਬ ਇਹੋ ਜਿਹੇ ਆ ਕਿ ਜਿਹੜੇ ਲਗਾਤਾਰ ਰਾਜੇਵਾਲ ਨੂੰ ਕੋਸ਼ਿਸ਼ ਕਰਦੇ ਰਹੇ ਕੇਜਰੀਵਾਲ ਵੱਲ ਤੋਰਨ ਦੀ, ਕਿਉਂਕਿ ਉਹ ਖੁਦ ਟਿਕਟ ਚਾਹੁੰਦੇ ਸੀ। ਟਿਕਟ ਦਾ ਇੱਕ ਬਣਦਾ ਹੈ ਨਾ, ਜਦੋਂ ਕਿ ਫਿਰ ਦੂਜੇ ਆਪਣੇ ਬੌਸ ਨੂੰ ਥੋੜਾ ਤੁਸੀਂ ਕਹਿੰਦੇ ਆਹ ਦੇਖੋ ਅਸੀਂ ਕਿੱਡੇ ਵੱਡੇ ਬੰਦੇ ਨੂੰ ਤੁਹਾਡੇ ਕੋਲ ਲਿਆਏ। ਉਸ ਸੀਵੇਜ ਦੇ ਵਿੱਚ ਇਹੋ ਜਿਹੀਆਂ ਸਿਫਾਰਸ਼ਾਂ ਵੀ ਆਈਆਂ ਕਿ ਦੇਖੋ ਜੀ ਇਹਨਾਂ ਦੇ ਵਿਰੁੱਧ ਕੈਂਡੀਡੇਟ ਨਾ ਖੜਾ ਕਰੋ, ਇਹਨਾਂ ਤੇ ਬੜੀ ਸੇਵਾ ਕੀਤੀ, ਪਰ ਕੈਂਡੀਡੇਟ ਖੜਾ ਹੋਇਆ। ਹੁਣ ਕੁਝ ਬੰਦੇ ਇਸ ਗੱਲ ਦੀ ਵਿਰੋਧਤਾ, ਸਾਡੇ ਵੀਰ ਆ, ਸਾਡੇ ਬਹੁਤ ਪਿਆਰੇ ਹੈਗੇ ਆ, ਉਹ ਇਸ ਗੱਲ ਦੀ ਵਿਰੋਧਤਾ ਕਰ ਰਹੇ ਵੀ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਹੋਇਆ, ਹੁਣ ਇਹ ਦੂਜਾ ਹੋ ਗਿਆ। ਕੁਝ ਦੂਸਰੇ ਪਾਸੇ ਉਹ ਕਹਿੰਦੇ ਆ ਵੀ ਉਹ ਕੈਂਡੀਡੇਟ ਤੇ ਠੀਕ ਹੀ ਆ, ਕੋਈ ਉਹਦੇ ਚ ਕੋਈ ਇਹੋ ਜਿਹੀ ਮਾੜੀ ਗੱਲ ਨਹੀਂ ਹੈਗੀ। ਇਹੋ ਜਿਹੇ ਜਿਹੜੇ ਰੌਲੇ ਆ, ਇਹਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਈਜ਼ੀ ਹੱਲ ਆ। ਉਹਦੇ ਚ ਊਣਤਾਈਆਂ ਹੋਣਗੀਆਂ, ਮੈਂ ਨਹੀਂ ਕਹਿੰਦਾ ਕਿ ਉਹ ਆਈਡੀਅਲ ਚੋਇਸ ਹੈਗੀ ਆ। ਕਈ ਵਾਰੀ ਹੁੰਦਾ ਕੀ ਹੈ ਸੁਖਵਿੰਦਰ, ਜਿਹੜੇ ਸਭ ਤੋਂ ਵਧੀਆ ਬੰਦੇ ਆ ਵੋਟ ਨਹੀਂ ਲੈ ਪਾਉਂਦੇ, ਤੇ ਕਈਆਂ ਦੇ ਵਿੱਚ ਇਹ ਦੋਵੇਂ ਹੀ ਗੁਣ ਹੁੰਦੇ ਆ ਵੀ ਉਹ ਵਧੀਆ ਵੀ ਹੈਗੇ ਆ, ਉਹਨਾਂ ਦੇ ਸੋਸ਼ਲ ਕਨੈਕਸ਼ਨ ਵੀ ਹੈ, ਤੇ ਵੋਟਾਂ ਵਿੱਚ ਵੀ ਧੋਬੀ ਪਟਕਾ ਮਾਰ ਜਾਂਦੇ ਆ। ਮੈਂ ਹੁਣ ਦੋਵਾਂ ਦੀ ਐਗਜ਼ਾਮਪਲ ਦਿਆਂ, ਤੇ ਜਿਹੜੇ ਧਰਮਵੀਰ ਗਾਂਧੀ ਜੀ ਹੈਗੇ, ਉਹ ਦੇਖੋ ਸੋਸ਼ਲ ਵਰਕ ਵੀ ਕਰਦੇ ਆ, ਆਪਣਾ ਕਲੀਨਿਕ ਵੀ ਚਲਾਉਂਦੇ ਆ, ਤੇ ਨਾਲ ਹੀ ਉਹਨਾਂ ਨੇ MP ਵੀ ਬਣੇ, ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਬਣੇ, ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਬਿਲਕੁਲ, ਹਾਂ, ਤੇ ਉਹ ਇੰਟੈਲੈਕਚੁਅਲ ਵੀ ਹੈਗੇ ਆਪਣੇ ਲੈਵਲ ਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇਹੋ ਜਿਹੇ ਜਿਹੜਾ ਰੇਅਰ ਕੰਬੀਨੇਸ਼ਨ ਬੜਾ ਘੱਟ ਹੁੰਦਾ। ਪਰ ਦੂਜੇ ਪਾਸੇ ਸਾਨੂੰ, ਮੈਂ ਆਪਣਾ ਤਜਰਬਾ ਦੱਸਦਾ, ਸੰਤ ਸਿੰਘ ਸੇਖੋਂ ਨਾਲੋਂ ਵੱਡਾ ਕੋਈ ਲਿਟਰੇਰੀ ਜਾਇੰਟ ਨਹੀਂ ਸੀ। ਦਾਖੇ ਦੇ ਉਹ ਸੀਗੇ, ਉੱਥੋਂ ਖੜਾ ਕਰਤਾ, ਜੀਪ 'ਚ ਬਿਠਾਲਦੇ ਸੀਗੇ, ਮਨਾਦੀ ਕਰਦੇ ਸੀ ਸੰਤ ਸਿੰਘ ਸੇਖੋਂ ਜੀ ਆ ਗਏ, ਜਿਨ੍ਹਾਂ ਨੇ 5 ਕਿਤਾਬਾਂ ਅੰਗਰੇਜ਼ੀ 'ਚ, 3 ਕਿਤਾਬਾਂ, ਮਤਲਬ ਮੈਂ ਵੈਸੇ ਕਹਿ ਰਿਹਾ, ਸਾਡੀ ਟੋਨ ਇਹ ਸੀ ਮਨਾਦੀ ਵਾਲਿਆਂ ਦੀ, ਉਹਨਾਂ ਨੇ ਲਿਖੀਆਂ। ਇਹ ਬਹੁਤ ਹੀ ਜ਼ਹੀਨ ਇਨਸਾਨ ਆ, ਜੇ ਇਹਨਾਂ ਨੂੰ ਤੁਸੀਂ ਸੱਤਾ 'ਚ ਲਿਆਓਗੇ ਤੇ ਸਾਰਿਆਂ ਦੇ ਬਾਰੇ ਨਿਆਰੇ ਕਰ ਦੇਣਗੇ। ਲੋਕ ਜਾਣਦੇ ਹੀ ਨਹੀਂ ਸੀ ਕਿ ਇਹ ਕੀ ਕਿਤਾਬਾਂ, ਕੀ ਗੱਲ ਕਰਦੇ ਆ। ਅਸੀਂ ਕਿਤਾਬਾਂ ਥੋੜੀ ਲਿਖਵਾਉਣੀਆਂ। ਸਾਡੇ ਤੇ ਥਾਣੇਦਾਰ ਆ ਕੇ ਮੌਰ ਜਿਹੜੇ ਆ ਲਾਲ ਪੀਲੇ ਕਰਦਾ, ਸਾਡੇ ਤੇ ਝੂਠੇ ਕੇਸ ਪਏ ਆ, ਸਾਡੀ ਤੇ ਜ਼ਮੀਨ ਦਾ ਜਿਹੜਾ ਰੌਲਾ ਪਿਆ ਉਹਦੇ 'ਚ ਕੋਈ ਹੱਲ ਨਹੀਂ ਕਰਾਉਂਦਾ, ਹੋਰ ਪਿੰਡ ਦੇ 20 ਮਸਲੇ ਆ, ਜਿਹੜੀ ਪਿੰਡ ਦੀ ਧਰਮਸ਼ਾਲਾ ਪੱਕੀ ਨਹੀਂ ਹੁੰਦੀ, ਇਹ ਕਿਤਾਬਾਂ ਦੀਆਂ ਗੱਲਾਂ ਕਰੀ ਜਾਂਦੇ ਆ, ਤੇ ਜ਼ਮਾਨਤ ਜ਼ਬਤ ਹੋ ਗਈ। ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਇਹ ਰੇਅਰ ਕੰਬੀਨੇਸ਼ਨ, ਇਹ ਕ੍ਰਿਟਿਸਿਜ਼ਮ, ਇਹ ਸਾਰਿਆਂ ਦੇ ਪਰਦੇ। ਹੋਰ ਸਾਡੇ ਵੀਰ ਬਹੁਤ ਕੰਮ ਕੀਤਾ, ਡਾਕਟਰ ਸਵੈਮਾਨ ਨੇ, ਉਹ ਲੱਗੇ ਆ, ਬੜੇ ਜੋਸ਼ ਵਿੱਚ ਲੱਗੇ ਆ, ਉਹਨਾਂ ਦੇ ਮਨ 'ਚ ਵੀ ਬਲਬਲੇ, ਜਜ਼ਬੇ, ਸਾਰਾ ਕੁਝ ਹੈਗਾ। ਉਹ ਚਾਹੁੰਦੇ ਆ, ਉਹ ਇੱਕ ਲਿਸਟ 15-20 ਬੰਦਿਆਂ ਦੀ ਉਹਨਾਂ ਨੇ ਸਾਰੇ ਪੰਜਾਬ 'ਚ ਘੁੰਮ ਕੇ ਤਿਆਰ ਕੀਤੀ ਆ। ਉਹ ਕਹਿੰਦੇ ਵੀ ਆਹ ਲਿਸਟ ਪਾਸ ਕਰੋ। ਉਹਨਾਂ ਹੀ ਲਿਸਟਾਂ ਦੇ ਉੱਤੇ ਹੋਰ 20 ਬੰਦੇ ਵੀ ਬੈਠੇ ਆ ਵੀ ਕਹਿੰਦੇ ਨਹੀਂ, ਆਹ ਤੇ ਸਾਡਾ ਜ਼ਿਆਦਾ ਚੰਗਾ, ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਡਾਕਟਰ ਸਾਹਿਬ ਦਾ ਠੀਕ ਆ ਪਰ ਸਾਡਾ ਉਦੋਂ ਵੀ ਉੱਪਰ ਆ। ਉਹ ਜ਼ਰੂਰੀ ਨਹੀਂ ਬੰਦਾ ਉਦੋਂ ਵਧੀਆ ਹੋਵੇ, ਪਰ ਕਿਉਂਕਿ ਉੱਥੇ ਕਈ ਹੋਰ ਰਾਜਨੀਤਿਕ ਮਜਬੂਰੀਆਂ ਹੁੰਦੀਆਂ। ਤੁਹਾਡੇ ਸਾਹਮਣੇ ਕਾਂਗਰਸ ਨੇ ਉਹੋ ਹੀ ਲੀਕਰ ਵਾਲੇ ਤੇ ਉਹੋ ਹੀ ਰੇਤਾ ਵਾਲੇ ਸਾਰੇ ਖੜੇ ਕਰਤੇ ਕੀਤੇ ਨਾ। ਇਹ ਸੱਤਾ ਦੀ ਗੇਮ ਜਿਹੜੀ ਆ ਬਿਲਕੁਲ ਅਲੱਗ ਗੇਮ ਆ। ਮੈਂ ਤਾਂ ਹੀ ਜਿਹੜੇ ਮੇਰੇ ਬੰਦੇ ਆ ਕੇ ਮੈਨੂੰ ਘਰ ਅਜੇ ਵੜਿਆ ਨਹੀਂ ਸੀ, ਤੇ ਮੈਨੂੰ ਆਣ ਕੇ ਤੁਹਾਨੂੰ ਆ ਇੱਕ ਲਿਸਟ ਦਿੱਤੀ ਸੀ, ਇੰਨੇ ਵਧੀਆ ਵਧੀਆ ਬੰਦੇ। ਮੈਂ ਕਿਹਾ ਉਹਨਾਂ ਨੂੰ ਮਨਾਓ, ਪਹਿਲਾਂ ਜਾ ਕੇ ਬੰਦੇ ਲੈ ਕੇ ਆਓ, ਚੰਗੇ ਬੰਦੇ ਸਾਡੇ ਕੋਲ। ਚੰਗੇ ਬੰਦੇ ਤਾਂ ਇਲੈਕਸ਼ਨ 'ਚ ਲੜਨਾ ਹੀ ਨਹੀਂ ਚਾਹੁੰਦੇ, ਉਹ ਤੇ ਘਰੇ ਬੈਠੇ ਆਪਣਾ ਮਤਲਬ ਅਖਬਾਰ ਖਬੂਰ ਪੜ੍ਹਦੇ ਆ ਤੇ ਗਿਆਨ ਹਾਸਲ ਕਰਦੇ ਆ ਤੇ ਗਿਆਨ ਦਾ ਪ੍ਰਚਾਰ ਕਰਦੇ। ਉਹ ਇਹੋ ਜਿਹੇ ਕੰਮ ਕਰਦੇ ਹੀ ਨਹੀਂ ਪੁੱਠੇ ਸਿੱਧੇ ਜਿਹੜੇ ਇਲੈਕਸ਼ਨਾਂ ਵਾਲੇ ਆ। ਤੇ ਉਹ ਜਾਣੀ ਇੰਨੀਆਂ, ਮੈਂ ਤੁਹਾਨੂੰ ਆਪਣੇ ਤਜਰਬੇ ਦੱਸ ਰਿਹਾ, ਤੁਸੀਂ ਰੋਜ਼ ਮੈਨੂੰ ਇੱਥੇ ਬਿਠਾ ਲੈਂਦੇ ਆਪਣੇ, ਮੇਰਾ ਜਾਣੀ ਤੇ ਸਵਾਲ ਪੁੱਠੇ ਸਿੱਧੇ ਕਰਦੇ ਰਹਿੰਦੇ ਆ। ਫੇਰ ਪੈ ਗਿਆ ਜੀ ਰੌਲਾ। ਹੁਣ ਮੈਂ ਤੁਹਾਡੇ ਨਾਲ ਗੱਲ ਕਰ, ਫੇਰ ਰੌਲਾ ਪੈ ਗਿਆ ਇੱਥੇ ਵਾਲਾ ਰਾਜਪੁਰੇ ਵਾਲਾ। ਕਹਿੰਦੇ ਲੈ ਜੀ ਉਹਦੇ ਬੰਦੇ ਤੇ ਰੇਪ ਦਾ ਕੇਸ ਆ, ਉਹਨੂੰ ਕਿੱਥੇ ਖੜਾ ਕਰਤਾ ਤੁਸੀਂ। ਮੈਂ ਰਾਜੇਵਾਲ ਨੂੰ, ਮੈਂ ਜੀ ਰਾਜੇਵਾਲ ਜੀ ਇੱਕ ਆ ਹੋਰ ਕੈਂਡੀਡੇਟ ਦੇ ਬੜੇ
ਨਿਕਲੇ ਆ ਕੱਚੇ ਚਿੱਠੇ ਵੀ ਇਹਦਾ ਕੀ ਕਰੀਏ, ਇਹਦਾ ਕੁਝ ਸੋਚੋ, ਜਿਵੇਂ ਤੁਸੀਂ ਵੀ ਕਹਿ ਰਹੇ ਆ। ਉਹ ਕਹਿੰਦੇ ਗੱਲ ਅਸਲ 'ਚ ਇਹ ਹੈ ਕਿ ਚੰਦੂ ਮਾਜਰੇ ਦਾ ਭਾਣਜਾ ਆ, ਸ਼ਾਇਦ ਉਹ ਤੀਜਾ ਜਾਂ ਭਾਣਜਾ, ਮੇਰਾ ਖਿਆਲ ਭਾਣਜਾ ਆ। ਇਸ ਤਰ੍ਹਾਂ ਦੀ ਗੱਲ ਹੈ ਕਿ ਚਰਚਾ ਇਹ ਆ, ਇਹ ਰਾਜੇਵਾਲ ਨੇ ਨਹੀਂ ਕਿਹਾ, ਜਿਹੜੀ ਮੈਂ ਕਹਿ ਰਿਹਾ। ਚਰਚਾ ਅਸਲ ਵਿੱਚ ਇਹੋ ਜਿਹੀ ਗੱਲ ਹੈਗੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੁੱਛ ਕਰਨਾ ਚਾਹੁੰਦਾ ਚੰਦੂ ਮਾਜਰਾ, ਅੱਗੇ ਪਿਛਲੀ ਵਾਰੀ ਵੀ ਐਮਐਲਏ ਸੀ ਉਹਨਾਂ ਦਾ ਬੇਟਾ, ਤੇ ਉਹ ਮੁੰਡਾ ਪ੍ਰੋਮਜਿੰਗ ਹੈਗਾ, ਉਹ ਅੱਗੇ ਰਾਜਨੀਤੀ ਚ ਆਉਣਾ ਚਾਹੁੰਦਾ। ਉਹਨਾਂ ਨੇ ਕਿਹਾ ਠੋਕੋ ਇਹਦੇ ਤੇ ਕੇਸ। ਇਹ ਚਰਚਾ ਆ ਕਿ ਉਹ ਕੇਸ ਦੇ ਵਿੱਚ ਫਰੇਮਡ ਹੈਗਾ, ਅਸਲ ਚ ਕੇਸ ਨਹੀਂ ਹੈ। ਹੁਣ ਮੇਰੇ ਕੋਲ ਕੋਈ ਇੰਟੈਲੀਜੈਂਸ ਏਜੰਸੀ ਸੁਖਵਿੰਦਰ ਇਹੋ ਜਿਹੀ ਨਹੀਂ ਜਿਹੜੀ ਮੈਂ ਪ੍ਰਾਈਵੇਟ ਆਪਣੀ ਕੋਈ ਇੰਟੈਲੀਜੈਂਸ ਏਜੰਸੀ ਲਾ ਕੇ ਉਹ ਕੇਸ ਦੀ ਤਹਿਕੀਕਾਤ ਕਰਾਵਾਂ। ਮੇਰੇ ਕੋਲ ਤੇ ਆਪ ਰੋਟੀ ਖਾਣ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ, ਕਿਉਂਕਿ ਇਹ ਟਾਈਮ ਹੀ ਇਹੋ ਜਿਹਾ ਹੁੰਦਾ। ਕੁਛ ਦਿਨ ਤੁਹਾਨੂੰ ਜਦ ਤੱਕ ਕੈਂਡੀਡੇਟ ਸਾਰੇ ਸਿਲੈਕਟ ਨਹੀਂ ਹੁੰਦੇ, ਸਾਡੇ ਮਨ 'ਚ ਇਹ ਆ ਕਿ ਫਾਰਮਰਸ ਨੇ ਇੰਨੀ ਮਿਹਨਤ ਕੀਤੀ, ਸਮੁੱਚੇ ਪੰਜਾਬ ਨੇ ਦੇਸ਼ਾਂ ਵਿਦੇਸ਼ਾਂ 'ਚ ਇੰਨਾ ਕੁਛ, ਹਰ ਕਿਸਮ ਦੇ ਉਹਨਾਂ ਦੇ ਜਜ਼ਬਾਤ ਹੈਗੇ ਆ, ਇੱਕ ਮੂਵਮੈਂਟ ਤੋਂ ਉਮੀਦ ਹੈਗੀ ਹੈ ਕਿ ਚਲੋ ਕੋਸ਼ਿਸ਼ ਕਰੀਏ ਕਿ ਇਹ ਖੇਲ ਦੇ ਵਿੱਚ ਕੁਛ ਨਾ ਕੁਛ ਉਹਨਾਂ ਦਾ ਚੰਗਾ ਅੱਲੇ ਪੱਲੇ ਪਵੇ, ਸਾਰੇ ਪੰਜਾਬ ਦੇ ਵੀ ਪਵੇ, ਹੋਰਨਾਂ ਦੇ ਵੀ ਪਵੇ। ਇਹ ਚਰਚਾ ਜਿਹੜੀ ਤੁਸੀਂ, ਮੇਰਾ ਖਿਆਲ ਮੈਂ ਤਿੰਨ ਜਿਹੜੀਆਂ ਚਰਚਾਵਾਂ ਵੱਡੀਆਂ ਚੱਲ ਰਹੀਆਂ, ਮੈਂ ਤਿੰਨਾਂ ਦਾ ਤੁਹਾਨੂੰ ਵਰਜ਼ਨ ਆਪਣਾ ਦੇਤਾ। ਹਾਂਜੀ ਬਿਲਕੁਲ। ਮੇਰਾ ਸਵਾਲ ਜਿਹੜਾ ਹੁਣ ਮੈਨੀਫੈਸਟੋ ਦੇ ਉੱਤੇ ਆ, ਉਮੀਦਾਂ ਲੋਕਾਂ ਨੇ ਬੜੀਆਂ ਲਾਈਆਂ ਕਿਸਾਨਾਂ ਤੋਂ। ਮੈਂ ਓਵਰਆਲ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਚੱਲਦਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਜੇ ਵਿੱਚ ਰੱਖੀਏ ਤਾਂ ਕਿਸ ਤਰ੍ਹਾਂ ਦਾ ਪੰਜਾਬ ਨੂੰ ਮੈਨੀਫੈਸਟੋ ਚਾਹੀਦਾ, ਹੁਣ ਕਿਸ ਤਰ੍ਹਾਂ ਦਾ ਸੰਕਲਪ ਪੱਤਰ ਚਾਹੀਦਾ, ਜੇ ਬੀਜੇਪੀ ਕਹਿੰਦੀ ਹੈ ਉਹਨਾਂ ਦੀ ਭਾਸ਼ਾ 'ਚ ਕਹਿ ਲਈਏ, ਜਾਂ ਫਿਰ ਗਰੰਟੀਆਂ ਕਹਿ ਲਈਏ ਕਿ ਅਰਵਿੰਦ ਕੇਜਰੀਵਾਲ ਹੋਣੀ ਤੈਰੇ ਨੇ, ਕਿਸ ਤਰ੍ਹਾਂ ਦੀਆਂ ਚਾਹੀਦੀਆਂ ਨੇ ਜਿਹਦੇ ਨਾਲ ਪੰਜਾਬ ਜਿਹੜਾ ਆ 3 ਲੱਖ ਕਰੋੜ ਦੇ ਕਰਜ਼ੇ ਤੋਂ ਮੁਕਤ ਹੁੰਦਾ। ਇਹ ਨਹੀਂ ਕਿ ਇੱਕੋ ਦਿਨ, ਹੌਲੀ ਹੌਲੀ, ਇਸ ਵਾਰ ਨਹੀਂ ਤੇ ਅਗਲੀ ਵਾਰ ਸਹੀ। ਸੁਖਵਿੰਦਰ, ਮੈਂ ਅਸੀਂ ਇਹ ਗੱਲਾਂ ਬਹੁਤ ਵਾਰੀ ਕਰ ਚੁੱਕੇ ਹਾਂ। ਗਿਆਨ ਦੀ ਘਾਟ ਨਹੀਂ ਹੈ, ਨਾ ਮੁੱਦਿਆਂ ਦੀ ਥੋੜ ਆ। ਮੈਂ ਸ਼ਾਮ ਤੱਕ ਤੁਹਾਨੂੰ ਘੱਟੋ ਘੱਟ 1000 ਪੁਆਇੰਟ ਮੁੱਦੇ ਲਿਖ ਕੇ ਦੇ ਦਿੰਦਾ, ਬੋਲੀ ਚਲੋ, ਮੰਤਰ ਪੜ੍ਹੀ ਚਲੋ ਉਹਨਾਂ ਦਾ। ਇੱਥੇ ਬੜੇ ਗਿਆਨਵਾਦੀ ਸਾਡੇ ਕੋਲ ਲੋਕ ਆਉਂਦੇ ਆ ਵੀ ਆਹ ਕਰੋ, ਉਹ ਵਿੱਚ ਜਾਣੀ ਹੋਰ ਨਹੀਂ ਤੇ ਸਾਡੇ ਯੂਨੀਵਰਸਿਟੀ ਵਾਲੇ ਭਾਈ ਆ ਜਾਣ। ਉਹ ਕਹਿੰਦੇ ਜੀ UGC ਨੂੰ ਤੁਸੀਂ ਉਹਨਾਂ ਨੇ ਆਪਣਾ ਪੰਜਾਬ ਦੇ ਜਿਹੜੇ ਸਕੇਲ ਆ ਉਹ ਡਿਟੈਚ ਕਰ ਦਿੱਤੇ ਆ, ਤੇ ਉਹ ਕਹਿੰਦੇ ਹੁਣ ਪੰਜਾਬ ਦੀ ਗਵਰਨਮੈਂਟ ਜਿਹੜੇ ਸਕੇਲ ਆ ਉਹ ਆਪਣੇ ਤੌਰ ਤੇ ਨਿਰਧਾਰਿਤ ਕਰ ਰਿਹਾ ਕਰੂਗੀ। ਇਹ ਇੱਕ ਬੜਾ ਸਾਨੂੰ ਆਘਾਤ ਪਹੁੰਚਿਆ, ਸਾਡੇ ਤੇ ਤਨਖਾਹਾਂ ਥੱਲੇ ਚੱਲੀਆਂ। ਹਰ ਬੰਦਾ ਕਹਿੰਦਾ ਕਿ ਮੇਰੀਆਂ 2 ਲਾਈਨਾਂ ਵਿੱਚ ਪਾਓ। ਸਵਾਲ ਸਭ ਤੋਂ ਵੱਡਾ ਇਹ ਨਹੀਂ ਹੈ ਕਿ ਕਿਹੜੇ ਮੁੱਦੇ ਮੈਨੀਫੈਸਟੋ 'ਚ ਦਰਜ ਹੈ ਕਿ ਨਹੀਂ ਹੈ। ਸਰਕਾਰ ਦਾ ਕੰਮ ਮੈਨੀਫੈਸਟੋ ਦੇ ਮੁਤਾਬਕ ਕੰਮ ਨਹੀਂ ਹੈ ਇਕੱਲਾ ਕਰਨਾ। ਸਰਕਾਰ ਦਾ ਕੰਮ ਇਹ ਹੁੰਦਾ, ਜਿਉਂ ਹੀ ਪਾਵਰ 'ਚ ਆਉਂਦੀ ਹੈ ਉਹਨੇ ਸਮੁੱਚੇ ਪੰਜਾਬ ਦਾ ਇੱਕ ਵਾਈਟ ਪੇਪਰ ਜਾਰੀ ਕਰਨਾ। ਉਹਦੇ 'ਚ ਸਾਰੀ ਬਿਊਰੋਕਰੇਸੀ ਨੂੰ ਪਹਿਲਾਂ ਲਾਈਨ ਹਾਜ਼ਰ ਕਰਨਾ, ਸਾਰੀ ਪੁਲਿਸ ਨੂੰ ਲਾਈਨ ਹਾਜ਼ਰ ਕਰਨਾ, ਉਹਨਾਂ ਨੂੰ ਕਹਿਣਾ ਕਿ ਬੰਦੇ ਬਣ ਜਾਓ, ਅਸੀਂ ਆ ਗਏ। ਜੇ ਕੋਈ ਚੰਗੀ ਸਰਕਾਰ ਹੋਵੇ, ਫਿਰ ਉਹਨਾਂ ਨੂੰ ਕਹਿਣਾ ਕਿ ਜਿਹੜਾ ਵੀ ਤੁਸੀਂ ਝੂਠੇ ਕੇਸ ਫਰੇਬ ਇਹ ਸਾਰਾ ਕੁਝ ਕਰਦੇ ਆ, ਇਹ ਬੰਦ ਕਰੋ, ਬਹੁਤ ਹੋ ਗਿਆ। ਆਪਾਂ ਹੁਣ ਪੰਜਾਬ ਦਾ ਕੁਝ ਕਰ ਲਈਏ। ਜਿਸ ਕੰਮ ਦੀਆਂ ਤਨਖਾਹਾਂ ਸਾਰੇ ਲੋਕ ਇਹ ਲੈਂਦੇ ਆ, ਵਿੱਚੇ ਬਿਊਰੋਕਰੇਸੀ ਸੁੱਖ ਸਹੂਲਤਾਂ ਲੈਂਦੀ ਆ, ਵਿੱਚੇ ਪੁਲਿਸ ਮਹਿਕਮਾ ਲੈਂਦਾ, ਵਿੱਚੇ ਹੋਰ ਵੀ ਲੋਕ ਸਾਰੇ ਜਿਹੜੇ ਪੈਰਾਫਰਨੇਲੀਆ, ਭਈ ਤੁਸੀਂ ਵਿੱਚੇ MLA ਸਾਹਿਬਾਨ ਵੀ, ਉਹਨਾਂ ਦੀ ਵੀ ਉਸੇ ਤਰੀਕੇ ਨਾਲ ਜਿੰਮੀ। ਉਦੋਂ ਬਾਅਦ ਸਮੁੱਚਾ ਹੈ ਕਿ ਬੜੇ ਈਜ਼ੀ ਹੈਗਾ। ਕਿਹਨੂੰ ਨਹੀਂ ਪਤਾ ਵੀ ਇਕਨੋਮੀ ਪਹਿਲੇ ਦਿਨ ਚੱਲਣੀ ਆ, ਵੀ ਇਕਨੋਮੀ ਪੰਜਾਬ ਦੀ ਕਿਵੇਂ ਸੁਧਰਨੀ ਆ, ਕਿਹਨੂੰ ਨਹੀਂ ਪਤਾ ਹੈਗਾ। ਇਹਦੇ ਲਈ ਕੋਈ ਵੱਡੇ ਅਮਰਤਿਆ ਸੇਨ ਵਰਗੇ ਅਰਥ ਸ਼ਾਸਤਰੀ ਨਹੀਂ ਚਾਹੀਦੇ ਹੈਗੇ। ਵੀ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ, ਮਜ਼ਦੂਰ ਨੂੰ ਬਚਾਉਣਾ। ਮਜ਼ਦੂਰ ਦੇ ਆਪਣੇ ਜਮ੍ਹਾਂ ਫੰਡ ਨਹੀਂ ਦਿੱਤੇ ਜਾਂਦੇ। ਮਜ਼ਦੂਰ ਦੀ ਜਿਹੜੀ ਮਿਨੀਮਮ ਵੇਜ ਆ ਉਹ 3 ਮਹੀਨਿਆਂ ਬਾਅਦ ਰਿਵਾਈਜ਼ ਹੁੰਦੀ ਸੀਗੀ ਇਨਫਲੇਸ਼ਨ ਦੇ ਨਾਲ, ਉਹਨੂੰ ਨਿਊਟਰਲਾਈਜ਼ ਕਰਕੇ ਉਹ ਕਦੀ ਉਹ ਪਿੱਛੇ ਬੰਦੇ ਕਰ ਦਿੱਤੀ ਕਾਂਗਰਸ ਨੇ। ਨੋਟਿਸ ਜਾਰੀ ਕੀਤਾ ਹੋਇਆ, ਵਾਪਸ ਲੈ ਲਿਆ ਪਿਛਲੇ ਸਾਲ। ਇਹ ਜੇ ਤੁਹਾਡੇ ਮਨ ਵਿੱਚ ਪੰਜਾਬ ਦੇ ਆਮ ਲੋਕਾਂ ਲਈ, ਬੱਚਿਆਂ ਲਈ, ਕਾਲਜਾਂ ਦੇ ਬੱਚਿਆਂ ਲਈ, ਬੀਬੀਆਂ ਬੱਚੀਆਂ ਲਈ, ਗਰੀਬ ਲਈ, ਦਲਿਤਾਂ ਲਈ ਕੋਈ ਦਿਲ 'ਚ ਦਰਦ ਆ, ਤੇ 20 ਰਸਤੇ ਹੈਗੇ ਉਹਨਾਂ ਨੂੰ ਅੰਪਾਵਰ ਕਰਨ ਦੇ। ਜੇ ਤੁਸੀਂ ਆਪ ਹੀ ਆਪਣਾ ਹਲਵਾ ਮੰਡਾ ਮਾਨਣ ਆਏ, ਖਾਣ ਆਏ ਆ, ਤੇ ਜਿੰਨੇ ਮਰਜ਼ੀ ਸੋਨੇ ਦੇ ਪੱਤਰਾਂ ਦੇ ਚੋਣ ਮੈਨੀਫੈਸਟੋ ਲਿਖ ਦਿਓ, ਕੱਖ ਨਹੀਂ ਹੋਊਗਾ। ਇੰਨਾ ਚਿਰ ਤੱਕ ਤੁਹਾਡਾ ਗੱਲ ਚੋਣ ਮੈਨੀਫੈਸਟੋ ਦੀ ਘਾਟ ਕਰਕੇ ਪੰਜਾਬ ਦੇ ਵਿੱਚ ਕੁਝ ਹੋ ਰਿਹਾ। ਹਰ ਵਾਰੀ ਮਨੋਰਥ ਪੱਤਰ ਤੇ ਕਿੰਨਾ ਸੋਹਣਾ ਉੱਤੇ ਗਲੋਸੀ ਪੇਪਰ ਉੱਤੇ ਮੋਮਜਾਮਾ ਵੀ ਲਾਇਆ ਹੁੰਦਾ, ਕਿਤੇ ਭੇਜ ਨਾ ਜਾਏ।
ਤੇ ਉਹ ਸਾਰਾ ਜਿਹੜਾ ਤੁਹਾਡੇ ਕੋਲ ਆਉਂਦਾ ਤੇ ਮਗਰੋਂ ਆ ਤੁਹਾਡਾ ਜਿਹੜਾ ਪੰਜਾਬ ਦੀ ਅੱਜ ਦੁਰਦਸ਼ਾ, ਅੱਜ ਵੀ ਕੈਪਟਨ ਬੜੀ ਬੇਸ਼ਰਮੀ ਨਾਲ ਇਹ ਕਹਿ ਰਿਹਾ ਕਿ ਮੈਂ 93% ਤੇ ਮੈਂ ਹੀ ਪੂਰੇ ਕਰ ਗਿਆ ਸੀਗਾ 4.5 ਸਾਲਾਂ 'ਚ। ਲੈ ਲਓ, ਫੜ ਲਓ ਪੂਛ ਇਹਨਾਂ ਦੀ। ਬਿਲਕੁਲ ਜਾਣੀ ਜਦ ਝੂਠ ਹੀ ਬੋਲਣਾ, ਜਦੋਂ ਤੁਸੀਂ ਗੈਰ ਦਿਆਨਤਦਾਰ ਤੇ ਗੈਰ ਇਮਾਨਦਾਰ ਹੋਣਾ ਆ, ਬੇਈਮਾਨ ਹੋਣਾ ਆ, ਫਿਰ ਇਹ ਪੱਤਰ ਪੁੱਤਰ ਨਹੀਂ ਕੋਈ ਕੰਮ ਕਰਦੇ। ਪਰ ਫਿਰ ਵੀ ਜੇ ਤੁਸੀਂ ਮੈਨੂੰ ਪੁੱਛਦੇ ਆ ਤੇ ਬੜਾ ਸਾਫ਼ ਹੈਗਾ, ਕਿਉਂਕਿ ਮੈਂ ਪੋਲੀਟੀਕਲ ਇਕਨੋਮੀ ਪੜ੍ਹਦਾ ਲਿਖਦਾ ਤੇ ਇਕਨੋਮਿਕਸ ਵਿੱਚ ਵੀ ਜਿੰਨਾ ਕੁ ਹੈ ਮੈਂ ਮਾੜੀ ਜੀ ਉਹ ਗੱਲ ਮੈਂ 2 ਮਿੰਟਾਂ 'ਚ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਉਹ ਇਹ ਆ ਸੁਖਵਿੰਦਰ, ਖੇਤੀ ਨੂੰ ਨਵੇਂ ਰੂਪ 'ਚ ਰੱਖਣਾ ਪਊਗਾ, ਬੜੀ ਸਾਫ਼ ਗੱਲ ਆ। ਪਹਿਲੇ ਜਿਹੜਾ ਸਿਸਟਮ ਕ੍ਰੌਪਿੰਗ ਪੈਟਰਨ ਝੋਨੇ ਤੋਂ ਪਰਾਂ ਲਿਜਾਣਾ ਪਊਗਾ। ਝੋਨੇ ਤੋਂ ਪਰਾਂ ਤਾਂ ਜਾਊਗੀ ਤੇਲ ਜਾਂ ਹੋਰ ਜਿਹੜੀਆਂ ਲਿਗਿਊਮੀਨਸ ਕ੍ਰਾਪਸ ਜਿਹਨੂੰ ਕਹਿੰਦੇ ਆ, ਫਲੀਦਾਰ ਸਾਨੂੰ ਫਸਲਾਂ ਬੀਜਣੀਆਂ ਪੈਣਗੀਆਂ। ਉਹ ਜ਼ਮੀਨ ਨੂੰ ਕਮਜ਼ੋਰ ਨਹੀਂ ਕਰਦੀ, ਜ਼ਮੀਨ ਨੂੰ ਹੋਰ ਰਿਚ ਕਰਦੀ ਆ। ਨੈਚੁਰਲ ਜਿਹੜੀ ਨਾਈਟ੍ਰੋਜਨ ਆ ਉਹ ਫਿਕਸ ਕਰਦੀ ਆ ਜ਼ਮੀਨ ਦੇ ਵਿੱਚ, ਠੀਕ ਹੈ। ਉਹ ਉਹਦੇ 'ਚ ਹੁੰਦੇ ਆ, ਮੈਂ ਚਲੋ ਹੁਣ ਉਨੀ ਐਗਰੀਕਲਚਰ ਨਹੀਂ ਦੱਸਦਾ। ਇਸ ਲਈ ਜਿਹੜੀਆਂ ਘਾਹ ਵਾਲੇ ਪੱਤਿਆਂ ਵਾਲੀਆਂ ਜਿੰਨੀਆਂ ਫਸਲਾਂ ਉਹਦਾ ਏਰੀਆ ਘਟਾਉਣਾ ਪਊਗਾ। ਹੋਰ ਜਿਹੜੀਆਂ ਕ੍ਰੌਪਸ ਹੈ, ਸਰੋਂ, ਦਾਲਾਂ, ਹੋਰ ਇਸ ਕਿਸਮ ਦੀਆਂ ਜਿੰਨੀਆਂ ਵੀ ਚੀਜ਼ਾਂ, ਉਹਨਾਂ ਨੂੰ ਜ਼ਿਆਦਾ ਉਹਦੇ ਥੱਲੇ ਏਰੀਆ ਕਰਨਾ ਪਊ ਤਾਂ ਕਿ ਜ਼ਮੀਨ ਵੀ ਤਕੜੀ ਰਹੇ ਸਾਡਾ। ਉਹਨਾਂ ਲਈ ਸਾਨੂੰ ਮਾਰਕੀਟ ਦਾ ਪਹਿਲਾਂ ਸਰਕਾਰ ਨੂੰ ਅਰੇਂਜ ਕਰਨਾ ਪਊਗਾ ਪੰਜਾਬ ਦੇ ਵਿੱਚ। ਅੱਛਾ, ਬਾਰਡਰ ਖਲਵਾਉਣਾ ਪਊਗਾ। ਹੁਣ ਇਹ ਪੰਜਾਬ ਸਰਕਾਰ ਨੇ ਨਹੀਂ ਕਰਨਾ। ਇੱਥੇ ਤੇ ਹੋਰ ਸਗੋਂ ਤਲੂਖਣੀਆਂ ਦੇ ਕੇ ਪੱਕਾ ਕਰਦੇ, ਉਹ ਉੱਥੇ ਆ ਗਏ, ਉਹ ਡਰੋਨ ਆ ਗਏ, ਉਹ ਉੱਥੋਂ ਚੋਰ ਆ ਗਏ, ਉਹ ਉੱਥੇ ਸਮਗਲਿੰਗ ਆ ਗਈ, ਉਹ ਜੀ ਆ ਗਈ। ਕਰਾਉਂਦੇ BSF ਵਾਲੇ ਆ ਤੇ ਉਹ ਸੈਂਟਰ ਦੇ ਅੰਡਰ ਆ। BSF ਨੂੰ 50 ਕਿਲੋਮੀਟਰ ਦਾ ਏਰੀਆ ਦੇ ਦਿੱਤਾ, ਜਾਣੀ ਅੱਧਿਓਂ ਵੱਧ ਪੰਜਾਬ BSF ਦੇ ਅੰਡਰ ਕਰ। ਤੇ ਇਹ ਪ੍ਰੋਬਲਮਾਂ ਹੈਗੀਆਂ। ਇਹਦਾ ਮਤਲਬ ਇਹਦੇ ਨਾਲ ਸਿੱਧੀ ਪ੍ਰੋਬਲਮ ਰਲਦੀ ਆ ਕਿ ਸੂਬਿਆਂ ਦੇ ਵੱਧ ਅਧਿਕਾਰਾਂ ਦੀ, ਕਿ ਸਾਡੇ ਘੱਟ ਅਧਿਕਾਰ ਆ ਤਾਂ ਹੀ ਸਾਡੇ ਇੱਥੇ 60 ਸੁੱਟਾ ਮਾਰ ਕੇ BSF ਨੂੰ ਦੇ ਦਿੱਤਾ। ਸਾਡੇ ਜਿਹੜੇ ਖੋਏ ਹੋਏ ਸੂਬਿਆਂ ਦੇ ਅਧਿਕਾਰ ਆ, ਜਿਹਨੂੰ ਆਪਾਂ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ, ਉਹ ਸਾਰਿਆਂ ਤੋਂ ਪਹਿਲਾ ਸਵਾਲ ਹੈਗਾ। ਇਹਦਾ ਮਤਲਬ ਸਰਕਾਰ ਦਿੱਲੀ ਨਾਲ ਵੀ ਲੜੇ, ਸਰਕਾਰ ਆਪਣੇ ਮੁੱਦਿਆਂ ਲਈ ਵੀ ਲੜੇ। ਦੂਜੀ ਗੱਲ, ਵੈਲਿਊ ਐਡੀਸ਼ਨ ਦਾ ਮਤਲਬ ਇਹ ਹੈ ਕਿ ਹਰ ਇੱਕ ਚੀਜ਼ ਜਿਹੜੀ ਜਿਸ ਤਰ੍ਹਾਂ ਹੀ ਪੈਦਾ ਹੁੰਦੀ ਖੇਤੀ 'ਚ, ਉਹਦਾ ਫੈਕਟਰੀਆਂ ਦੇ ਵਿੱਚ ਪ੍ਰੋਸੈਸ ਕਰਕੇ ਅੱਗੇ ਫੂਡ ਬਣਾ ਕੇ, ਭਾਵੇਂ ਉਹ ਚਿਪਸ ਆ, ਭਾਵੇਂ ਆ ਫੁੱਲੀਆਂ ਆ, ਭਾਵੇਂ ਉਹ ਅਚਾਰ ਆ, ਭਾਵੇਂ ਉਹ ਆਟਾ ਆ, ਭਾਵੇਂ ਉਹ ਚੱਕੀਆਂ ਲਾ ਕੇ ਆਪਣਾ ਕੋਆਪਰੇਟਿਵਸ ਬੜੇ ਹੋਣ। ਅਸੀਂ ਆਟਾ ਦਈਏ ਆਪਣਾ ਸਭ ਤੋਂ ਵਧੀਆ ਹੋਲ ਵੀਟ ਆਟਾ, ਸਸਤਾ ਤੇ ਵਧੀਆ ਸਾਰੇ ਦੇਸ਼ ਦੇ ਵਿੱਚ, ਜਿੱਥੇ ਵੀ ਖਾਂਦੇ ਆ ਲੋਕ, ਨਾਰਥ ਇੰਡੀਆ, ਸਾਊਥ 'ਚ ਨਹੀਂ ਕੋਈ ਖਾਂਦਾ। ਜਾਂ ਆਪਾਂ ਪਾਕਿਸਤਾਨ ਨੂੰ ਵੀ ਭੇਜੀਏ, ਹੋਰ ਗਾਂ ਅਫਗਾਨਿਸਤਾਨ ਬਥੇਰੀਆਂ ਰੋਟੀਆਂ ਇਰਾਨ ਤੱਕ ਖਾਂਦੇ ਆ, ਸੈਂਟਰਲ ਏਸ਼ੀਆ 'ਚ ਸਾਡੇ ਵਰਗੇ ਹੀ ਆ ਰੋਟੀਆਂ ਖਾਂਦੇ, ਉਹਨਾਂ ਨੂੰ ਭੇਜੀਏ। ਇਹਦਾ ਮਤਲਬ ਬਾਰਡਰ ਖੁੱਲ੍ਹਾਈਏ। ਬਾਰਡਰ ਵੀ ਸੈਂਟਰ ਨੇ ਖੋਲ੍ਹਣਾ, ਉਹ ਤਾਂ ਖੁੱਲੂਗਾ ਜਦੋਂ ਅਸੀਂ ਇੱਧਰ ਝੰਡੇ ਚੱਕਾਂਗੇ। ਹਾਂ, ਅਗਲੀ ਗੱਲ ਇੰਡਸਟਰੀ ਦੀ, ਸਾਨੂੰ ਪੋਲਿਊਸ਼ਨ ਵਾਲੀ ਇੰਡਸਟਰੀ ਦੀ, ਜਿਸ ਤਰ੍ਹਾਂ ਪਹਿਲਾਂ ਵਾਲੀਆਂ ਕੈਮੀਕਲ ਇੰਡਸਟਰੀ ਜੇ ਨਹੀਂ ਲੋੜ ਹੈਗੀ। ਅਸੀਂ ਨਵੀਂ ਜਿਹੜੀ ਇੰਡਸਟਰੀ ਆ, ਔਰ ਖਾਸ ਕਰਕੇ ਸਰਵਿਸ ਇੰਡਸਟਰੀ, ਜਿਹ 'ਚ ਹੋਟਲ ਆ, ਟੂਰਿਜ਼ਮ ਆ, ਜਿਹ 'ਚ ਬਹੁਤਾ ਨਹੀਂ ਹੁੰਦਾ, ਉਹ ਸਾਰੇ ਦਾ ਸਾਡਾ ਸਾਰਾ ਕੰਢੀ ਦੇ ਏਰੀਆ ਆ, ਜਿਹ 'ਤੇ ਟੂਰਿਜ਼ਮ ਇੰਨਾ ਸੋਹਣਾ, ਨਾਲੇ ਲੋਕ ਬਾਬਿਆਂ ਦੇ ਦਰਸ਼ਨ ਕਰਨ, ਨਾਲੇ ਸਾਡੇ ਇਤਿਹਾਸ ਨੂੰ ਜਾਣਨ, ਨਾਲੇ ਅਸੀਂ ਉੱਥੇ ਜਗ੍ਹਾ ਜਗ੍ਹਾ ਸਰਾਵਾਂ ਬਣਾ ਦਈਏ। ਅਸੀਂ ਮੁਫਤ ਟੂਰਿਸਟਾਂ ਨੂੰ ਰੱਖਾਂਗੇ, ਕਿਸੇ ਤੋਂ ਪੈਸਾ ਨਹੀਂ ਲਵਾਂਗੇ। ਸਾਡੀਆਂ ਘੱਟੋ ਘੱਟ ਟੈਕਸੀ ਡਰਾਈਵਰਾਂ ਨੂੰ ਤੇ ਪੈਸੇ ਮਿਲਣਗੇ। ਇਹ ਸੇਵਾ ਅਸੀਂ ਆਲਰੇਡੀ ਕਰ ਰਹੇ ਹਾਂ, ਹੋਰ ਕਰਾਂਗੇ। ਤੁਸੀਂ ਇੱਕ ਵਾਰੀ ਸੱਤਾ ਜੇ ਆਵੇ, ਇਹ ਸਾਡੇ ਸੁਪਨੇ ਆ, ਅਸੀਂ ਇਸ ਨੂੰ ਦੁਬਾਰਾ ਬਹੁਤ ਵਧੀਆ ਢੰਗ ਨਾਲ ਪੈਰਾਂ ਤੇ ਖੜੇ ਕਰ ਸਕਦੇ ਹਾਂ, ਬਿਨਾਂ ਵਾਤਾਵਰਨ ਨੂੰ ਤਬਾਹ ਕੀਤਿਆਂ, ਬਿਨਾਂ ਪਾਣੀ ਨੂੰ ਹੋਰ ਖਰਚਿਆਂ, ਬਿਨਾਂ ਅਸੀਂ ਅਗਲੇ ਮਸਲੇ ਤੇ ਹੈ ਹੀ ਆ। ਜੇ ਐਜੂਕੇਸ਼ਨ ਨਹੀਂ, ਸਭ ਤੋਂ ਮੇਨ, ਜੇ ਸਾਡੀ ਹੈਲਥ ਸਰਵਿਸ ਨਹੀਂ, ਦੋ ਬਹੁਤ ਜ਼ਰੂਰੀ ਅਹਿਮ ਸਭ ਤੋਂ ਪ੍ਰਾਇੋਰਟੀ ਵਾਲੇ ਮੁੱਦੇ, ਤੀਸਰਾ ਖੇਤੀ, ਚੌਥਾ এনवायरमेंट, ਇਹ ਸਾਰੇ ਹੈਗੇ। ਰੁਜ਼ਗਾਰ, ਕਿਉਂਕਿ ਪੜ੍ਹਾਈ ਦੇ ਨਾਲ ਰੁਜ਼ਗਾਰ ਜੁੜਿਆ ਹੋਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਹਿਮ ਫੰਡਾਮੈਂਟਲਸ ਹੈ ਕਿਸੇ ਵੀ ਸੁਸਾਇਟੀ ਦੇ, ਜੇ ਉਹਨੂੰ ਕਰਨ ਲਈ ਤੁਹਾਡਾ ਜੀਰਾ ਚਾਹੀਦਾ, ਪਲੈਨਿੰਗ ਚਾਹੀਦੀ ਆ, ਅਕਲ ਚਾਹੀਦੀ ਆ, ਹਿੰਮਤ ਚਾਹੀਦੀ ਆ ਤੇ ਇਮਾਨਦਾਰੀ ਚਾਹੀਦੀ ਹੈ। ਕਰਪਸ਼ਨ ਆਪਣੇ ਆਪ ਹੀ, ਕਰਪਸ਼ਨ ਦੂਰ ਕਰਨਾ 1 ਮਿੰਟ ਦਾ ਕੰਮ ਹੈ। 4-5 ਕਾਂ ਮਾਰ ਕੇ ਟੰਗੇ ਹੋਣ, ਫਟ ਪਤਾ ਲੱਗ ਜਾਂਦਾ, ਬਾਕੀ ਕਾਂ ਆਉਂਦੇ ਹੀ ਨਹੀਂ ਉਸ ਖੇਤ 'ਚ, ਸਾਰੀਆਂ ਛੱਲੀਆਂ ਵੱਜ ਜਾਂਦੀਆਂ, ਹੈਨਾ। ਇਹ ਛੱਲੀਆਂ ਜਿਹੜੀਆਂ ਬਚਾਉਣੀਆਂ ਆ, ਇਹ ਕੁਛ ਕਰਨਾ ਪਊਗਾ, ਹੋ ਸਕਦਾ ਹੈ, ਇਹੋ ਜਿਹੀ ਗੱਲ ਨਹੀਂ। ਪਰ ਨਾਲੋਂ ਨਾਲ ਜਿਹੜਾ ਮੈਂ ਸੰਘੀ ਢਾਂਚੇ ਦਾ, ਉਹ ਬਹੁਤ ਆ। ਸਾਡੇ ਪੰਜਾਬ ਦੇ ਵਿੱਚ ਸੈਂਟਰ ਦੀ ਇੰਟਰਵੈਂਸ਼ਨ ਬਹੁਤ ਆ। ਪਿਛਲੀ ਵਾਰੀ ਜਿਹੜੇ ਲਾਏ ਹੋਏ ਸੀਗੇ ਮੀਆਂ ਬੀਵੀ, ਜਿਹੜਾ DGP ਤੇ ਚੀਫ ਸੈਕਟਰੀ, ਇਹ ਚਰਚਾ ਦੀਆਂ ਗੱਲਾਂ ਹੈ, ਮੈਂ ਕਿਸੇ ਦੀ ਨਿੱਜੀ ਤੌਰ ਤੇ ਨਹੀਂ ਕਰ ਰਿਹਾ, ਉਹ ਸੈਂਟਰ ਚੋਂ ਲੱਗੇ ਸੀ। ਫਿਰ ਅਸੀਂ ਇੱਥੇ ਪੰਜਾਬ 'ਚ ਸੁਣੇ ਵਜਾਉਣੇ ਆ।
ਸਾਨੂੰ ਤੇ ਸਾਡੇ ਨੂੰ ਚੱਲਣ ਨਹੀਂ ਦਿੱਤਾ ਜਾਂਦਾ। ਇਹ ਮੁੱਦੇ ਸਾਰੇ ਬਹੁਤ ਅਹਿਮ ਹੈ ਸੁਖਵਿੰਦਰ, ਤੇ ਸਾਡੀਆਂ ਇਹ ਉਂਗਲਾਂ ਤੇ ਆ। ਸਾਨੂੰ ਬਾਰ-ਬਾਰ ਅਸੀਂ ਐਵੇਂ ਲੱਗਦਾ ਲੋਕਾਂ ਨੂੰ ਬੋਰ ਕਰਦੇ ਇਹ ਗੱਲਾਂ ਕਰਕੇ, ਤੇ ਲੋਕਾਂ ਨੂੰ ਇਹ ਪਤਾ ਹੈਗਾ। ਸਵਾਲ ਇਹ ਹੈ ਕਿ ਉਹ ਬੰਦੇ ਕੌਣ ਹੋਣ ਜਿਹੜੇ ਇਹਨੂੰ ਲਾਗੂ ਕਰਨ। ਹਾਂਜੀ ਬਿਲਕੁਲ ਬਿਲਕੁਲ। ਕੁਝ ਇਹਦੇ ਵਿੱਚ ਪ੍ਰੋਫੈਸਰ ਸਾਹਿਬ ਹੋਰ ਵੀ ਚਰਚਾਵਾਂ ਚੱਲਦੀਆਂ, ਕਹਿੰਦੇ ਸਾਲ ਦਾ ਮੈਨੀਫੈਸਟੋ ਹੋਵੇ ਜਿਹੜਾ ਪੂਰਾ ਨਹੀਂ ਕਰਦਾ, ਫਿਰ ਉਹ ਤੋਂ ਹਿਸਾਬ ਮੰਗਿਆ ਜਾਏ ਤੇ ਉਹਨੂੰ ਲਾਂਭੇ ਜਾਂ ਉਹਨਾਂ ਤੋਂ ਫਿਰ ਇੱਕ ਲੀਗਲ ਡਾਕੂਮੈਂਟ ਵੀ ਲਿਆ ਜਾਏ ਕਿ ਜੇ ਇਦਾਂ ਨਹੀਂ ਕਰਦੇ ਤਾਂ ਸਾਲ ਵਾਲਾ ਮੈਨੀਫੈਸਟੋ ਕਿੱਦਾਂ ਰਹੂਗਾ? ਦੇਖੋ, ਮੈਨੀਫੈਸਟੋ ਦੇ ਕਈ ਹਿੱਸੇ ਹੋਣੇ ਚਾਹੀਦੇ ਆ। ਕੁਝ ਤੇ 10 ਸਾਲਾਂ ਵੀ ਹੋਊਗਾ, ਕੁਝ 5 ਸਾਲਾਂ ਵਾਲਾ ਹੋਊਗਾ, ਕਿਉਂਕਿ ਕੁਝ ਚੀਜ਼ਾਂ ਮਿੰਟ ਚੋਂ ਦੀ ਨਹੀਂ ਠੀਕ ਕੀਤੀਆਂ। ਹੁਣ ਪਾਣੀ ਦਾ, ਫਸਲਾਂ ਦੇ ਹੇਰ ਫੇਰ ਦਾ, ਧਾਨ ਝੋਨੇ ਥੱਲਿਓਂ ਜਿਹੜੀ ਜ਼ਮੀਨ ਨੂੰ ਕੱਢਣ ਦਾ, ਉਹ ਸਾਲ 'ਚ ਥੋੜ੍ਹੀ ਹੋ ਜਾਊਗਾ, ਟਾਈਮ ਲੱਗੂਗਾ ਨਾ, ਉਹਨੂੰ ਟਾਈਮ ਲੱਗੂ। ਕੁਝ ਚੀਜ਼ਾਂ ਜਿਹਨੂੰ ਕਹਿੰਦੇ ਆ ਲੌਂਗ ਰਨ, ਜਿਹਨੂੰ ਹੌਲੀ ਸਟੈਪ ਬਾਈ ਸਟੈਪ ਕਰੋ। ਕੁਝ ਜਿਹੜੇ ਤੁਸੀਂ ਝਟਕੇ ਨਾਲ ਹੀ ਕਰ ਸਕਦੇ। ਮੰਨ ਲਓ ਹੁਣ ਜਿਹੜਾ ਹੈਲਥ ਤੇ ਐਜੂਕੇਸ਼ਨ ਨੂੰ ਕਰ, ਬਜਟ ਦੁੱਗਣਾ ਕਰੋ, ਕਿਉਂ ਨਹੀਂ ਕਰੋਗੇ ਬਈ? ਬਜਟ ਦੁੱਗਣਾ ਕਰੋ, ਆਪੇ ਮਸਲੇ ਹੱਲ ਹੋ ਜਾਣਗੇ। ਇਹ ਚੰਨੀ ਮਸਲੇ ਨਹੀਂ ਹੱਲ ਕਰਨਗੇ। ਨਵੀਂ ਬੰਦੇ ਜਿਹੜੇ ਆ, ਸਰਕਾਰ ਕੋਈ ਚੰਗੀ ਆਊਗੀ, ਉਹ ਮਸਲੇ ਹੱਲ ਕਰ ਸਕਦੀ ਹੈ। ਉਹ ਕੇਜਰੀਵਾਲ ਕਹਿੰਦਾ ਮੇਰੇ ਤੋਂ ਬਗੈਰ ਹੋ ਹੀ ਨਹੀਂ ਸਕਦੇ, ਪਰ ਮੈਨੂੰ ਲੱਗਦਾ ਉਹ ਵੀ ਇੱਕ ਆਪਣੇ ਆਪ 'ਚ ਕਾਫੀ ਟਰੈਪ ਹੈਗਾ। ਲੋਕਾਂ ਨੂੰ ਉਹਨੂੰ ਸਮਝ ਲੈਣਾ ਚਾਹੀਦਾ। ਉਹ ਗੱਲ ਜੋ ਕਹਿੰਦੇ ਆ ਬਾਰ-ਬਾਰ, ਉਹ ਅਸਲੀਅਤ ਨਹੀਂ ਹੈ। ਉਹਨਾਂ ਨੂੰ ਸਮਝਣ ਦੀ ਲੋੜ ਹੈਗੀ। ਪਰ ਇਹ ਇੱਕ ਨਾ ਇੱਕ ਦਿਨ ਲੋਕ ਸਮਝਣਗੇ ਜ਼ਰੂਰ। ਇਹ ਪੰਜਾਬ ਦੇ ਵਿੱਚ ਚੰਗੇ ਲੋਕ ਹੈਗੇ, ਉਹ ਅੱਗੇ ਆਉਣਗੇ ਜ਼ਰੂਰ। ਇੰਨਾ ਮੈਂ ਤੁਹਾਨੂੰ ਭਰੋਸਾ ਦੇ ਦੇਣਾ, ਅੱਜ ਨਹੀਂ ਤੇ ਕੱਲ ਉਹ ਜ਼ਰੂਰ ਹੋਊਗਾ। ਜੀ ਮੈਂ ਇੱਥੇ ਇੱਕ ਸਵਾਲ ਕਰਨਾ ਜੀ। ਜਦੋਂ ਕੇਜਰੀਵਾਲ ਹੋਰਾਂ ਨੇ ਅੱਜ ਭਗਵੰਤ ਮਾਨ ਨੂੰ ਧੂਰੀ ਤੋਂ ਉਮੀਦਵਾਰ ਐਲਾਨਤਾ ਕਿ ਉੱਥੋਂ ਚੋਣ ਲੜਨਗੇ, ਉਹਦੇ ਵਿੱਚ ਜਦੋਂ ਭਗਵੰਤ ਮਾਨ ਹੋਰਾਂ ਤੋਂ ਸਵਾਲ ਜਵਾਬ ਹੋ ਰਹੇ ਸੀ, ਉਹ ਕਹਿੰਦੇ ਕਿ ਸਭ ਤੋਂ ਵੱਡਾ ਸਵਾਲ ਤਾਂ ਇਹ ਕਿ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਚੜਿਆ ਕਿਵੇਂ? ਉਹ 3 ਲੱਖ ਕਰੋੜ ਉਹ ਕਹਿੰਦੇ ਮਤਲਬ ਕਿ ਲੱਗਿਆ ਕਿੱਥੇ ਲਾਇਆ ਗਿਆ? ਦੂਜਾ ਇਹ ਕਿ ਉਹ ਕਹਿੰਦੇ ਇਹ ਸਰਕਾਰ ਸਾਡੀ ਬਣੀ ਤੇ ਜੇ ਸਾਨੂੰ ਮਤਲਬ ਕਿ ਕੇਂਦਰ ਸਰਕਾਰ ਦੇ ਪੈਰੀਂ ਹੱਥ ਲਾ ਕੇ ਜਾਂ ਉਹਨਾਂ ਦੇ ਪੈਰਾਂ 'ਚ ਪੈ ਕੇ ਪੰਜਾਬ ਲਈ ਕੁਝ ਲੈਣਾ ਵੀ ਪਿਆ ਤੇ ਅਸੀਂ ਲਵਾਂਗੇ। ਇਹ ਕਿੱਥੇ ਤੱਕ ਸਹੀ ਹੈ? ਨਹੀਂ, ਪੈਰਾਂ ਪੂਰਾਂ 'ਚ ਪੈ ਕੇ ਕੋਈ ਨਹੀਂ ਦਿੰਦਾ। ਪੈਰ ਤੇ ਫਿਰ ਘਟਾਉਣ ਲੱਗ ਜਾਣਗੇ ਉਹਦੇ ਕੋਲੋਂ, ਤੇ ਅੱਗੇ ਘੁੱਟੀ ਜਾਂਦਾ ਕੇਜਰੀਵਾਲ ਦੇ, ਹੋਰ ਘੁੱਟੀ ਜਾਇਆ ਕਰੂਗਾ। ਤੇ ਉਹ ਦਿੱਲੀ 'ਚ ਹੀ ਬੈਠਾ। ਦਿੱਲੀ ਦੇ ਪੈਰ ਘੁੱਟਿਆਂ ਤੁਹਾਨੂੰ ਕੁਝ ਨਹੀਂ ਮਿਲਣਾ। ਦਿੱਲੀ ਨਾਲ ਤੇ ਜਿਵੇਂ ਕਿਸਾਨਾਂ ਤੋਂ ਸਿੱਖੋ ਕੁਛ, ਜਿਨ੍ਹਾਂ ਨੂੰ ਤੁਸੀਂ ਸਿੱਧੇ ਸਾਧੇ ਕਹਿੰਦੇ ਹੋ, ਉਹਨਾਂ ਨੇ ਸਾਰੀ ਦੁਨੀਆ ਨੂੰ ਪੜ੍ਹਾਤਾ। ਇਸ ਲਈ ਕਿਸਾਨਾਂ ਤੋਂ ਸਿੱਖੋ ਕੁਛ। ਉਹ ਕਨਫਰੰਟੇਸ਼ਨ ਦੇ ਨਾਲ ਹੀ, ਦਬਾਅ ਦੇ ਨਾਲ, ਇਹ ਲੜਾਈ ਆ, ਉਹਦੇ ਲੜ ਕੇ ਹੀ ਲੈਣਾ ਪੈਣਾ। ਪੈਰ ਪੂਰ ਕੁੱਟਿਆਂ ਕੁਛ ਨਹੀਂ ਬਣਨੀ ਗੱਲ। ਧੂਰੀ ਤੋਂ ਉਹਨਾਂ ਨੇ ਖੜਾ ਕਰਤਾ, ਵਧੀਆ, ਵਧਾਈ ਹੋਵੇ। ਅਸੀਂ ਤੇ ਕਹਿੰਦੇ ਆ ਖੁਸ਼ੀਆਂ ਮਾਨਣ, ਜਿੱਤਾਂ ਹੋਣ, ਪਰ ਇੰਨਾ ਸੌਖਾ ਰਸਤਾ ਤੇ ਕਿਸੇ ਲਈ ਵੀ ਨਹੀਂ। ਅਸੀਂ ਤਾਂ ਬੜੀ ਦੇਰ ਦਾ ਕਹਿੰਦੇ ਸੀ, ਪਰ ਉਹਨਾਂ ਨੇ, ਕੇਜਰੀਵਾਲ ਨੇ ਸਾਰੇ ਪਹਿਲਾਂ ਦਿੱਲੀ ਦੱਖਣ ਘੁੰਮ ਕੇ ਜਿਹੜੇ ਸਾਰੇ ਚੀਜ਼ਾਂ ਦਾ ਦੇਖ ਕੇ, ਸਰਵੇ ਕਰਕੇ ਦੇਖਿਆ, ਜਦੋਂ ਸੈਕੜ ਦੇ ਵਿੱਚ ਕੋਈ ਨਹੀਂ ਹੁੰਦਾ, ਉਹ ਭਗਵੰਤ ਮਾਨ ਨੂੰ ਕਰਤਾ। ਚੰਗੀ ਗੱਲ ਆ, ਉਹ ਆਪਣਾ ਜ਼ੋਰ ਲਾਉਣ। ਮੈਂ ਸੁਣ ਰਿਹਾ ਸੀ ਇੱਥੇ, हमें एक चांस दो, एक मौका केजरीवाल को, ये नहीं आम आदमी पार्टी को। हुण भी कह रहे थे एक मौका दो। सारी जगह मैं ਅਸੀਂ रोज जाके पंजाब च घूमते देखते हैं, बोर्ड लगे कंधां ते, एक मौका केजरीवाल को। झाड़ू अगे खड़ा हुंदा, यानी इत्थे वो झाड़ू फड़ के पैसे सारे चक के दिल्ली ले जाने हैं, क्योंकि पंजाब च जिहड़ा बचिया, जिहड़ा 3 ਲੱਖ वाला, मैं ਉਹਦਾ जवाब देना। ਕਰਜ਼ਾ ਚੜ੍ਹਦਾ ਕਿ ਦਿੱਲੀ ਤੇ ਕਰਜ਼ਾ ਨਹੀਂ ਹੈ ਵਰਲਡ ਬੈਂਕ ਦਾ ਜਾਂ ਹੋਰ ਇੰਟਰਨੈਸ਼ਨਲ ਫਾਈਨੈਂਸਿੰਗ ਏਜੰਸੀ ਦਾ? ਉੱਥੇ ਵੀ ਉਸੇ ਹੀ ਤਕਰੀਬਨ ਪ੍ਰਪੋਰਸ਼ਨ 'ਚ ਦਿੱਲੀ ਦੀ ਸਰਕਾਰ ਤੇ ਕਰਜ਼ਾ ਜਿੰਨਾ ਕੁ ਪੰਜਾਬ ਤੇ ਹੈਗਾ। ਸਾਡੇ ਨਾਲੋਂ ਵੀ ਕਈ ਸੂਬੇ ਹੋਰ ਵੱਧ ਕਰਜ਼ਾਈ ਹੈਗੇ। ਆਪਾਂ ਨਾ ਚੀਜ਼ਾਂ ਨੂੰ ਇੱਕ ਧਿਆਨ ਨਾਲ, ਸਾਰੀ ਚੀਜ਼ ਨੂੰ ਸਮਝਣ ਵਾਲੀ ਗੱਲ ਹੁੰਦੀ। ਅਸਲੀ ਕਰਜ਼ਾ ਕਿੰਨਾ ਹੈਵੀ ਹੈ ਉਹ ਜਦੋਂ ਤੁਸੀਂ ਬੈਂਕਰੈਪਸੀ ਦੇ ਨੇੜੇ, ਮੇਰਾ ਖਿਆਲ ਸਾਡਾ 70% ਜਿੰਨਾ ਕਰਜ਼ਾ ਹੈ, ਟੋਟਲ ਜਿਹੜਾ GDP ਜਿਹੜੀ ਹੁੰਦੀ ਸਟੇਟ ਦੀ ਡੋਮੈਸਟਿਕ ਪ੍ਰੋਡਕਸ਼ਨ ਹੁੰਦੀ, ਉਹਦੇ ਮੁਤਾਬਕ ਉਹ ਕਾਫੀ ਅਸੀਂ ਜ਼ਿਆਦਾ ਕਰਜ਼ਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਚੜਿਆ ਕਿਵੇਂ ਆ ਕਿ ਜਾਣੀ ਪ੍ਰੋਡਕਸ਼ਨ ਉਹ ਨਹੀਂ ਹੁੰਦੀ ਨਹੀਂ ਹੈ, ਖਰਚੇ ਆਮਦਨੀ ਦਵਾਨੀ, ਆਮਦਨੀ ਚਵਾਨੀ, ਖਰਚਾ ਰੁਪਈਆ, ਉਹ ਗਾਣਾ ਹੈਗਾ ਨਾ, ਇਹ ਆ ਕੰਮ। ਇਸ ਕਰਕੇ ਕਰਜ਼ਾ ਚੜ੍ਹਦਾ ਹੈ। ਕਿਹਨੂੰ ਨਹੀਂ ਪਤਾ ਕਰਜ਼ਾ ਘਰਾਂ 'ਚ ਨਹੀਂ ਚੜ੍ਹਦਾ, ਕਿਸਾਨਾਂ ਤੇ ਨਹੀਂ ਕਰਜ਼ਾ ਚੜਿਆ। ਕਿਵੇਂ ਚੜਿਆ ਦੱਸੋ ਤਾਂ? ਕੁਝ ਕਰਜ਼ੇ ਸੌਖੇ ਦੇ ਦਿੱਤੇ, ਕੁਝ ਉਹਨਾਂ ਨੇ ਆਪਣਾ ਮਤਲਬ ਦੂਜੇ ਪਾਸੇ ਜਿਹੜਾ ਪ੍ਰੋਡਕਟਿਵ ਨਹੀਂ ਕੀਤਾ, ਉਹਨੂੰ ਨਾਨ ਪ੍ਰੋਡਕਟਿਵ ਢੰਗ ਨਾਲ ਵੀ ਵਰਤ ਲਿਆ ਵੀ ਚਲੋ ਕਰਜ਼ਾ ਤੇ ਮਿਲੇ ਗਿਆ, ਬਾਕੀ ਹੌਲੀ ਹੌਲੀ ਲਾ ਲਾਂਗੇ, ਲੱਥਾ ਹੈ ਨਹੀਂ। ਇਹੀ ਗੱਲ ਸਰਕਾਰਾਂ ਦਾ ਕੰਮ ਹੈ। ਸਰਕਾਰਾਂ ਨੇ ਕਰਜ਼ੇ ਈਜ਼ੀਲੀ ਲੈ ਕੇ, ਬੈਂਕਾਂ ਨੇ ਉਹਨਾਂ ਨੂੰ ਆਪਣੇ ਗੁਲਾਮ ਕਰਨਾ ਸੀਗਾ, ਫਾਈਨੈਂਸਿੰਗ ਏਜੰਸੀ ਨੇ। ਇਹ ਗੁਲਾਮ ਹੁੰਦੇ ਗਏ ਤੇ ਆਪਣੀਆਂ ਮੌਜਾਂ ਟਾਈਮ ਕੱਢ ਕੇ ਜਾਂਦੇ ਰਹੇ। ਹੁਣ ਕੋਈ ਇਹੋ ਜੀ
ਚੰਗੀ ਪਲੈਨਿੰਗ ਚਾਹੀਦੀ ਹੈ ਕਿ ਇਹ ਅੱਗੇ ਇਹਨੂੰ ਫੁੱਲ ਸਟਾਪ ਲਾਇਆ ਜਾਏ। ਕਰਜ਼ਾ ਉਤਰਨਾ ਕਦੀ ਨਹੀਂ ਹੁੰਦਾ, ਇਹ ਹੈ ਕਿ ਹੋਰ ਅੱਗੇ ਨਾ ਲੈਣ। ਇਸ ਤੋਂ ਥੋੜਾ ਥੋੜਾ ਪਿੱਛੇ ਨੂੰ ਹਟਿਆ ਜਾ ਸਕਦਾ। ਜੇ ਤੁਸੀਂ ਕਹੋ ਵੈਸੇ ਦੁਨੀਆ 'ਚ ਸਭ ਤੋਂ ਵੱਧ ਕਰਜ਼ਾ ਅਮਰੀਕਾ ਤੇ, ਪਰ ਉਹ ਕਰਜ਼ਾ ਜਿਹੜਾ ਆ ਉਸ ਨੂੰ ਇਸ ਢੰਗ ਨਾਲ ਆਰਗੇਨਾਈਜ਼ ਕਰਦੇ ਹੈਗੇ ਕਿ ਆਪਣੀ ਪ੍ਰੋਡਕਸ਼ਨ ਤੇ ਜੀਡੀਪੀ ਉਹਨੂੰ ਪ੍ਰਪੋਰਸ਼ਨ ਰੱਖ ਕੇ ਤੇ ਉਸ ਤਰੀਕੇ ਨਾਲ, ਮਤਲਬ ਉਹ ਮੈਨੇਜੇਬਲ ਹੁੰਦਾ। ਪਰ ਜੇ ਕਰਜ਼ਾ ਮੈਨੇਜ ਤੋਂ ਬਾਹਰ ਚਲੇ ਜੇ ਤਾਂ ਫਿਰ ਤੁਹਾਨੂੰ ਉਹ ਲਾਲ ਲਕੀਰ ਦੇ ਡੋਰੇ ਦੇ ਅੰਦਰ ਤੁਸੀਂ ਆ ਜਾਂਦੇ ਆ, ਫਿਰ ਔਖਾ ਆ, ਜਿਹਨੂੰ ਕਹਿੰਦੇ ਆ ਤੁਹਾਡਾ ਬੈਂਕਰਪਸੀ। ਠੀਕ, ਤੇ ਉਹ ਬੈਂਕਰਪਸੀ ਫਾਈਲ ਕਰਨੀ ਪੈਂਦੀ ਵੀ ਇਹ ਸੂਬਾ ਜਿਹੜਾ ਸਾਡਾ ਹੁਣ ਵਿਕਣ ਲਈ ਹੈਗਾ, ਕੋਈ ਬੈਂਕ ਲੈ ਲਵੇ, ਵਰਲਡ ਬੈਂਕ ਲੈ ਲੇ, ਸੂਬਾ ਵਿਕਣ ਦਾ ਮਤਲਬ ਸੂਬੇ ਦੇ ਲੋਕ ਹੀ ਸਮਝ ਲਓ ਗੁਲਾਮ। ਇਤੋਂ ਬਚਣ ਦੀ ਲੋੜ ਹੈਗੀ, ਉਹਦੇ ਲਈ ਇੱਕ ਪਲੈਨਿੰਗ ਦੀ ਲੋੜ ਹੈ। ਔਰ ਜਿਹੜੀਆਂ ਗੱਲਾਂ ਬਾਰ-ਬਾਰ ਸਾਡੇ ਕਹਿੰਦੇ ਕਿ ਕੱਲਾ ਰੇਤਾ ਬਜਰੀ ਤੇ ਇਹਦੇ ਤੋਂ ਦਾਰੂ ਤੇ ਆ ਜਾਊਗਾ, ਇੱਥੋਂ ਨਹੀਂ ਹੈ। ਰੈਵਨਿਊ ਓਵਰਆਲ ਇਕਨੋਮੀ ਦਾ ਉੱਥੇ ਇੱਕ ਮਾਰਜਨਲੀ ਠੀਕ ਹੋ ਜਾਊਗਾ, 15-20 ਹਜ਼ਾਰ ਕਰੋੜ ਦਾ ਸ਼ਾਇਦ ਫਰਕ ਪੈ ਜਾਏ। ਉਹ ਵੀ ਤਾਂ, ਜਾਂ ਫਿਰ ਇਹਦਾ ਮਤਲਬ ਹੈ ਵੀ ਤੁਸੀਂ ਥੋੜੇ ਜਿਹੇ ਪਲੈਨਿੰਗ ਦੀ ਲੋੜ ਆ। ਸਭ ਤੋਂ ਵੱਡੀ ਲੋੜ ਹੈ ਮੈਨ ਪਾਵਰ ਨੂੰ ਬਚਾਉਣ ਦੀ, ਉਹ ਤੇ ਅਸੀਂ ਨਸ਼ਿਆਂ ਤੇ ਲਾਤੀ। ਤੇ ਜੇ ਦਾਰੂ ਦਾ ਤੁਸੀਂ ਰੈਵਨਿਊ ਕਮਾ ਕੇ ਸਟੇਟ ਦਾ ਜਿਹੜਾ ਖਰਚੇ ਪੂਰੇ ਕਰਨੇ ਆ, ਤੇ ਇਹਦਾ ਮਤਲਬ ਦਾਰੂ ਲੋਕਾਂ 'ਚ ਪੀਣ ਲਈ ਵਧਾਓਗੇ ਵੀ। ਤੇ ਜੇ ਲੋਕ ਦਾਰੂ ਪੀ ਕੇ ਪਏ ਰਹਿਣਗੇ ਤੇ ਸਿਰ ਸਵਾਹ ਪਊਗੀ, ਉਹ ਕੰਮ ਕਦੋਂ ਕਰਨਗੇ? ਉਹ ਘਰ ਦੀਆਂ ਨੂੰ ਕੁੱਟਣਗੇ ਰੋਜ਼, ਚੁੱਲ੍ਹੇ ਠੰਡੇ ਹੋਣਗੇ। ਇਹ ਕੰਮ ਬੜੇ ਪੁੱਠੇ ਆ ਜਿਹੜੇ ਕਹਿੰਦੇ ਨਾ ਰੇਤਾ ਬਜਰੀ ਤੋਂ ਬਹੁਤ ਜ਼ਿਆਦਾ ਰੈਵਨਿਊ ਨਹੀਂ ਆਉਣਾ, ਆਊਗਾ। ਤੁਹਾਨੂੰ ਰੇਤਾ ਸਸਤੀ ਦੇਣੀ ਚਾਹੀਦੀ ਆ, ਆਮ ਲੋਕਾਂ ਨੂੰ ਸਸਤੀ। ਉਹ ਆਪ ਟਰਾਲੀਆਂ ਲੈ ਕੇ ਲੈਣ, ਉਹਨਾਂ ਨੂੰ ਅਲਾਓ ਕਰਨ। ਕਿਉਂ ਨਹੀਂ? ਇਹ ਕੁਦਰਤ ਦਾ ਹੈਗਾ, ਤੁਸੀਂ ਕਿਉਂ ਵੇਚਦੇ ਆ? ਲੋਕਾਂ ਨੂੰ ਕਹਿਣ ਜਿਸ ਤਰ੍ਹਾਂ ਪਹਿਲਾਂ 2008 ਤੋਂ ਪਹਿਲਾਂ ਲੋਕ ਆਪ ਰੇਤਾ ਆਪ ਪੁੱਟ ਲੈਂਦੇ ਸੀਗੇ, ਕੋਈ ਗੱਲ ਨਹੀਂ ਸੀਗੀ। ਇਹ ਤੇ ਜਦੋਂ ਨੈਸ਼ਨਲ ਟ੍ਰਿਬਿਊਨਲ ਨੇ ਇਸ ਜਿਹੜਾ এনवायरमेंट ਦੇ ਉੱਤੇ ਹੈਗਾ, ਗ੍ਰੀਨ ਟ੍ਰਿਬਿਊਨਲ, NGT, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਉਹਨਾਂ ਨੇ ਰੋਕ ਲਾਈ। ਉਦੋਂ ਤੋਂ ਜਿਹੜੀ ਚੀਜ਼ ਤੇ ਰੋਕ ਲੱਗ ਗਈ ਉਹੀ ਸੋਨਾ ਹੋ ਗਈ। ਆ ਜਾ ਕੇ ਬਿਹਾਰ 'ਚ ਦੇਖ ਲਓ, ਲੀਕਰ ਦਾ ਜਿਹੜਾ ਉੱਥੇ ਡਰਾਈ ਸਟੇਟ ਆ, ਜਿੰਨੀ ਮਰਜ਼ੀ ਲੈ ਲਓ, ਕਿੰਨੇ ਬੰਦੇ ਮਰ ਗਏ। ਗੁਜਰਾਤ ਡਰਾਈ ਸਟੇਟ ਆ, ਜਿਹੜਾ ਮਰਜ਼ੀ ਬ੍ਰਾਂਡ ਲੈ ਲਓ। ਇਹ ਬਦਮਾਸ਼ੀਆਂ ਹੈਗੀਆਂ ਸਟੇਟ ਦੀਆਂ, ਜਿਹੜੇ ਅੰਦਰ ਮਾਫੀਆ ਨੂੰ ਪੈਦਾ ਕਰਨਾ ਤੇ ਸਰਕਾਰ ਦੇ ਰੈਵਨਿਊ ਖਤਮ ਕਰਨਾ। ਇੱਥੇ ਹੁਣ ਚਾਹੁੰਦੇ ਆ ਜਦੋਂ ਅਸੀਂ, ਇਹਦਾ ਮਤਲਬ ਅਸੀਂ ਫੈਲਾਵਾਂਗੇ, ਲੋਕਾਂ ਨੂੰ ਦਾਰੂ ਸਸਤੀ ਨਹੀਂ ਦੇਵਾਂਗੇ। ਦਾਰੂ ਸਸਤੀ ਨਹੀਂ ਹੋਊਗੀ, ਲੋਕ ਜ਼ਹਿਰ ਪੀਣਗੇ ਤੇ ਬੰਦੇ ਮਰਨਗੇ, ਜਿਵੇਂ 120 ਬੰਦੇ ਉੱਥੇ ਮਰ ਗਏ। ਇਧਰੋਂ ਘਟਾਉਣ ਦੀ ਲੋੜ ਆ। ਇਹ ਕਹਿਣ ਦਾ ਮਤਲਬ ਗੱਲਾਂ ਜਿਹੜੀਆਂ ਚੱਲਦੀਆਂ ਪਾਪੂਲਰ ਡਿਸਕੋਰਸ ਦੇ ਵਿੱਚ, ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ, ਉਹ ਕਰ ਦਿਆਂਗੇ, ਉਹ ਕਰ ਰਿਹਾ, ਵੱਡੀ ਵੱਡੀਆਂ ਬਾਹਾਂ ਮਾਰ ਕੇ, ਉਹਦੇ 'ਚ ਕੋਈ ਬਹੁਤਾ ਦਮਖਮ ਨਹੀਂ ਹੈਗਾ। ਇਹ ਟੋਟਲ ਹੋਲਿਸਟਿਕ ਵਧੀਆ ਢੰਗ ਦੇ ਨਾਲ ਸੰਜੀਦਾ ਪਲੈਨਿੰਗ ਦੀ ਲੋੜ ਹੁੰਦੀ ਹੈ। ਉਹ ਜੇ ਕਰ ਲਓ, ਸਭ ਤੋਂ ਜ਼ਰੂਰੀ ਹੈ ਕਿ ਤੁਹਾਡੀ ਅੰਦਰੋਂ ਵਿਲ ਹੋਵੇ, ਇੱਛਾ ਸ਼ਕਤੀ, ਔਰ ਤੁਹਾਡਾ ਇੱਕ ਇਮਾਨਦਾਰ ਦੇ ਤੌਰ ਤੇ ਐਫਰਟਸ ਹੋਣ। ਕੀ ਕੁਛ ਨਹੀਂ ਹੋ ਜਾਂਦਾ। ਸਾਨੂੰ ਰੱਬ ਨੇ ਬਹੁਤ ਨਿਆਮਤਾਂ ਦਿੱਤੀਆਂ, ਅਸੀਂ ਉਹਦਾ ਪੂਰਾ ਇਸਤੇਮਾਲ ਨਹੀਂ ਕਰ ਪਾਉਂਦੇ। ਹਾਂਜੀ, ਮੇਰਾ ਆਖਰੀ ਸਵਾਲ ਇਹ ਆ, ਹਾਲਾਂਕਿ ਮੈਂ ਗੱਲ ਤਾਂ ਕਰਨੀ ਸੀ ਕਿ ਕਾਂਗਰਸ ਦਾ ਜਿਹੜਾ ਕਲੇਸ਼ ਹੈ, ਪਰ ਜਦੋਂ ਗੱਲ ਹੁਣ ਮੁੱਦੇ ਦੀ ਆ ਤੇ ਕੇਂਦਰ ਦੇ ਨਾਲ ਇਹ ਸਵਾਲ ਜੁੜਦਾ ਜਾ ਕੇ ਕਿ ਬੀਜੇਪੀ ਕਈ ਦਿਨਾਂ ਤੋਂ ਰੌਲਾ ਰੱਪਾ ਪੈ ਰਿਹਾ ਕਿ ਜੀ ਇਹਨਾਂ ਨੇ ਕਰਜ਼ਾ ਮਾਫ ਕਰ ਦੇਣਾ ਪੰਜਾਬ ਦਾ, ਇਹਨਾਂ ਨੇ ਲੀਕ ਮਾਰ ਦੇਣੀ ਹੈ, ਪੰਜਾਬ ਪੈਰਾਂ ਸਿਰ ਕਰ ਦਿਆਂਗੇ, ਬੀਜੇਪੀ ਵਾਲੇ ਕਹਿੰਦੇ ਨੇ। ਪਰ ਇਹ ਕਰ ਕਿਉਂ ਨਹੀਂ ਰਹੇ? ਪਰ ਨਾਲ ਇਹ ਵੀ ਆ ਕਿ ਜਿਹੜਾ ਵੀ ਸਿਆਸਤ 'ਚ ਪੰਜਾਬ ਦੀ ਚਾਹੂਗਾ, ਜਿਹਨੂੰ ਵੀ ਸੱਤਾ ਮਿਲਦੀ ਆ ਅੱਗੋਂ, ਉਹ ਕਿਉਂ ਨਹੀਂ ਕੇਂਦਰ ਤੋਂ ਜਾ ਕੇ ਲਾਹਾ ਲੈ ਲੈਂਦਾ ਕਿ ਪੰਜਾਬ ਨੂੰ ਫਾਇਦਾ ਹੋਵੇ, ਕਿਉਂਕਿ ਇਹਦੇ ਨਾਲ ਥੋੜਾ ਜਿਹਾ ਬੋਝ ਵੀ ਘਟੇਗਾ ਉਧਰੋਂ ਜੇ ਲਾਹਾ ਲੈ ਲੈਣ। ਤੇ ਬੀਜੇਪੀ ਕਿਉਂ ਨਹੀਂ ਚਾਹੁੰਦੀ ਕਿ ਉਹ ਪੰਜਾਬ ਦਾ ਕਰਜ਼ਾ ਲਾ ਦੇ? ਨਹੀਂ ਦੇਖੋ, ਇਹ ਤੇ ਗੱਲਾਂ ਬਾਤਾਂ ਹੈ, ਐਵੇਂ ਵੋਟਾਂ ਲੈਣ ਲਈ ਲੋਕਾਂ ਨੂੰ ਥੋੜੇ ਸੁਪਨੇ ਦਿਖਾਉਣੇ, ਭਰਮਾਉਣਾ, ਉਸ ਕਿਸਮ ਦੀਆਂ ਸਾਰੀ ਕਵਾਇਦ ਹੈਗੀ ਆ। ਇਹਦੇ 'ਚ ਬਹੁਤਾ ਸੁਖਵਿੰਦਰ ਦਮਖਮ ਨਹੀਂ ਹੈਗਾ। ਮੈਨੂੰ ਨਹੀਂ ਲੱਗਦਾ ਜਿਹੜਾ ਸੈਂਟਰ ਆ ਉਹ ਚਾਹੁੰਦਾ ਪੰਜਾਬ ਤਕੜਾ ਹੋਵੇ। ਕੋਈ ਵੀ ਨਹੀਂ, ਕਿਸੇ ਨੇ ਵੀ ਨਹੀਂ ਬਹੁਤਾ ਕੀਤਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ। ਮੈਨੂੰ ਇਹ ਦੱਸੋ ਕਿ ਜਿਹੜਾ ਇੱਥੇ ਪੰਜਾਬ ਦੇ ਅੰਦਰ 80ਵਿਆਂ ਦੇ ਵਿੱਚ ਜੋ ਉਹ ਤੇ ਦਿੱਲੀ ਵਾਲੇ ਤੇ ਉਹਨੂੰ ਆਤੰਕਵਾਦ ਕਹਿੰਦੇ ਆ, ਅਸੀਂ ਕਹਿੰਦੇ ਆ ਖਾੜਕੂਵਾਦ, ਮਿਲੀਟੈਂਸੀ, ਉਹ ਸਾਰਾ ਜਿਹੜਾ ਪੈਦਾ ਹੋਇਆ, ਉਹਦਾ ਖਰਚਾ ਵੀ ਪੰਜਾਬ ਤੇ ਪਾਤਾ, ਜਿੰਨਾ ਇੱਥੇ ਸਾਰੀਆਂ ਇੰਟਰਨਲ ਫੋਰਸਿਸ, ਸਿਕਿਉਰਿਟੀ ਫੋਰਸਿਸ ਸੀ। ਇਸ ਦਿੱਲੀ ਨੂੰ ਕੋਈ ਲੋੜ ਨਹੀਂ ਸੀ ਪੰਜਾਬ ਦੀ, ਤੇ ਸਾਡੇ ਸਿਰ ਤੇ ਭੰਨਤਾ ਸਾਰਾ। ਇਹ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਕਿ ਕੀ ਤੁਸੀਂ ਜਿਹੜੀ ਕੇਂਦਰੀ ਸਰਕਾਰ ਆ ਉਹ ਸੂਬਿਆਂ ਨੂੰ ਆਪਣੇ ਪੁੱਤਾਂ ਧੀਆਂ ਵਾਂਗੂ ਸਮਝਦੇ ਆ ਜਾਂ ਇਹਨਾਂ ਨੂੰ ਦੁਸ਼ਮਣ ਸਮਝਦੇ ਆ? ਉਹ ਐਟੀਟਿਊਡ ਇਹੀ ਹੈ ਕਿ ਨਹੀਂ, ਇਹਨਾਂ ਨੂੰ ਨਿਚੋੜ ਕੇ ਐਨ ਜਿਸ ਤਰ੍ਹਾਂ ਪਰਨਾ ਪਾਜ ਦਾ ਤਾਰ ਤੇ ਇੰਜ ਪਾ ਦਿਓ।
ਇਸ ਨੂੰ ਰਿਵਰਸ ਨਹੀਂ ਜਦ ਤੱਕ ਕਰਦੇ, ਉਹਦੇ ਲਈ ਸਮੁੱਚੀਆਂ ਜਿਹੜੀਆਂ ਤਾਂਹੀਓ ਕਹਿੰਦੇ ਆ ਕਿ ਅਸੀਂ ਜਿਹੜੀਆਂ ਸਮੁੱਚੀਆਂ ਰੀਜਨਲ ਪਾਰਟੀਆਂ, ਅਕਾਲੀ ਦਲ ਕਿਸੇ ਵੇਲੇ ਉਹਨਾਂ ਤੋਂ ਕਾਫੀ ਉਮੀਦ ਹੁੰਦੀ ਸੀ, ਉਹ ਆਪ ਹੀ ਉਹਨਾਂ ਦੀ ਝੋਲੀ 'ਚ ਇਹੋ ਜਿਹੀਆਂ ਵੱਡੀਆਂ ਪਾਰਟੀਆਂ ਤੇ ਜਾ ਕੇ ਪੈ ਗਏ ਤੇ ਹੁਣ ਆਪਣਾ ਹਾਲ ਕੀ ਕੀਤਾ, ਗੋਡਿਆਂ ਤੋਂ ਉੱਠਣਾ ਔਖਾ ਹੋ ਜਾਂਦਾ। ਇਹ ਜਿਹੜਾ ਦੁਬਾਰਾ ਉਸ ਕਿਸਮ ਦਾ ਰੀਜਨਲਿਜ਼ਮ ਨੂੰ ਕਹੋ ਤੁਸੀਂ, ਸਟੇਟਾਂ ਦੇ ਜਿਹੜੇ ਵੱਧ ਅਧਿਕਾਰਾਂ ਤੇ ਜਦ ਤੱਕ ਚੱਲਦਾ ਨਹੀਂ ਹੈ, ਇਹ ਸਮਝੋ ਕਿ ਬੀਜੇਪੀ ਲਿਆਊਗੀ, ਹੁਣ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਲਿਆਊਗੀ ਨਾ। ਕੇਂਦਰੀ ਸਰਕਾਰ ਦੇ ਜਿਹੜੇ ਆਪਣੇ ਹਿੱਤ ਇਸ ਵਿੱਚ ਆ ਕਿ ਉਹਨਾਂ ਦਾ ਰਾਜ ਹੀ ਤਾਂ ਚੱਲਦਾ ਜੇ ਸੂਬਿਆਂ ਨੂੰ ਕਮਜ਼ੋਰ ਕਰੇ, ਇਹ ਸੋਚਦੇ ਆ। ਅਸਲੀਅਤ ਇਹ ਹੈ ਕਿ ਜੇ ਸੂਬਿਆਂ ਨੂੰ ਤਕੜੇ ਕਰਨਗੇ ਤੇ ਦੇਸ਼ ਤਕੜਾ ਹੋਊਗਾ। ਫਿਰ ਚੀਨ ਤੁਹਾਡੇ ਪਿੰਡਾਂ ਦੇ ਉੱਤੇ ਆਪਣੇ ਚੀਨੀ 'ਚ ਨਾਂ ਨਹੀਂ ਲਿਖ ਕੇ ਨਕਸ਼ੇ ਕਰੀ ਜਾਣਗੇ। ਹੁਣ ਆ ਕੀ ਆਇਆ ਰਿਜੂਜੂ, ਜਿਹੜਾ ਤੁਹਾਡਾ ਡਿਫੈਂਸ ਮਿਨਿਸਟਰ ਆ, ਹੈ ਨਾ, ਸਟੇਟ ਡਿਫੈਂਸ ਮਿਨਿਸਟਰ, ਉਹਦਾ ਕੀ ਆਇਆ ਹੈ? ਕਹਿੰਦਾ ਜੀ ਜੇ ਉਹਨਾਂ ਨੇ 15 ਪਿੰਡਾਂ ਦੇ ਆਪਣੇ ਚਾਈਨੀ ਨਾਂ ਸਾਡੇ ਪਿੰਡਾਂ ਦੇ ਜਿਹੜੇ ਅਰੁਣਾਚਲ ਦੇ ਲਿਖ ਲਏ, ਉਹਦਾ ਕੀ ਫਰਕ ਪੈਂਦਾ ਸਾਨੂੰ? ਇਹ ਆਪਣਾ ਹਿੰਦੀ ਦੇ ਵਿੱਚ ਉਹਨਾਂ ਦੇ ਬੀਜਿੰਗ ਦਾ ਨਾਂ ਲਿਖਾ ਕੇ ਦੱਸਣ, ਕੁਛ ਪ੍ਰਯਾਗਰਾਜ ਕਹਿ ਕੇ ਦੱਸਣ ਉਹਨੂੰ, ਤੇ ਨਕਸ਼ਾ ਜਾਰੀ ਕਰਨ। ਐਵੇਂ ਨਾ, ਮਤਲਬ ਉਹ ਅਗਲੇ ਤੁਹਾਨੂੰ ਰੋਜ਼ ਬੇਇੱਜ਼ਤ ਕਰਦੇ ਆ ਤੇ ਕੁਛ ਏਰੀਆ ਦੱਬੀ ਬੈਠੇ, ਕੁਛ ਏਰੀਆ ਦਾ ਐਕਸਾਈਜ਼ ਚੇਨ ਵਾਲਾ ਪਹਿਲਾਂ ਹੀ ਬਹੁਤ ਜ਼ਿਆਦਾ ਦੱਬੀ ਬੈਠੇ ਆ ਉੱਪਰ। ਨਕਸ਼ੇ ਆਪਣੇ 'ਚ ਦਿਖਾਉਣੇ, ਉਹ ਸਾਡੇ ਕੋਲ ਹੈ ਹੀ ਨਹੀਂ, ਉਹ ਚੀਨ 'ਚ ਪਿਆ ਤਿੱਬਤ ਦੇ ਉੱਪਰ ਏਰੀਆ, ਜਿਹੜਾ ਹੋਣ ਵਾਲਾ ਵੀ ਉਹਦੇ 'ਚ ਵੀ ਅੰਦਰ ਘੁਸਪੈਠ ਕੀਤੀ ਹੋਈ ਹੈ। ਉਹ ਨਹੀਂ ਕਰਦੇ ਅਸੀਂ, ਤੇ ਜਾਣੀ ਆਪਾਂ ਕਿਉਂ ਇਹ ਸਾਰਾ ਕੁਝ ਹੋ ਰਿਹਾ? ਮੈਂ ਕਹਿਣ ਦਾ ਮਤਲਬ ਕਿਉਂਕਿ ਸੂਬਿਆਂ ਨੂੰ ਕਮਜ਼ੋਰ ਕੀਤਾ। ਜੇ ਅਰੁਣਾਚਲ ਨੂੰ ਤਕੜਾ ਕੀਤਾ ਹੁੰਦਾ, ਜੇ ਅਸਾਮ ਨੂੰ ਤਕੜਾ ਕੀਤਾ ਹੁੰਦਾ, ਨਾਰਥ ਈਸਟ ਨੂੰ ਕੀ ਜ਼ਰੂਰਤ ਹੈ ਚੀਨ ਉਧਰ ਨੂੰ ਦੇਖੇ? ਇਹ ਤਾਂ ਜੇ ਸੂਬੇ ਤਕੜੇ ਆ, ਲੋਕ ਤਕੜੇ ਹੋਣਗੇ, ਲੋਕ ਤਕੜੇ ਹੋਣਗੇ ਤੇ ਦੇਸ਼ ਤਕੜਾ ਹੋਊਗਾ, ਤਾਂ ਜਾ ਕੇ ਤੁਸੀਂ ਚੀਨ ਵਰਗੇ ਬੰਦਿਆਂ ਨਾਲ ਉਹਨਾਂ ਦਾ ਮੁਕਾਬਲੇ ਤੇ ਆਓਗੇ। ਇਹ ਤੇ ਇਸ ਤਰ੍ਹਾਂ ਕਰ ਨਹੀਂ ਰਹੇ ਹੈ, ਔਰ ਆਪਣਾ ਕੇਂਦਰੀਕਰਨ ਕਰਕੇ ਆਪਣਾ ਵੇਲਾ ਕੱਢ ਕੇ ਗਾਂਹ ਚਲੇ ਜਾਂਦੇ ਆ, ਔਰ ਦੇਸ਼ ਨੂੰ ਦਿਨ ਬਦਿਨ ਸਰਕਾਰਾਂ ਦੁਨੀਆ ਦੀ, ਵਰਲਡ ਬੈਂਕ ਦੀਆਂ ਭਾਰੀ ਕਰਜ਼ਾ ਲੈ ਕੇ ਆਪਣੇ ਬਜਟ ਕਰ ਰਹੀਆਂ, ਜਿਹੜਾ ਸਾਡੇ ਸਾਹਮਣੇ ਚਰਚਾ 'ਚ ਨਹੀਂ ਆਉਂਦਾ, ਉਹ ਵੀ ਚਰਚਾ 'ਚ ਆਉਣਾ ਚਾਹੀਦਾ। ਹਾਂਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਹਾਂ, ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।